गुण गोबिंद गायो नहीं, जन्म अकारथ कीन। कहो नानक हर भज मना, जह बिद जल को मीन। बिखयन स्यो कागे रचियो, निमक न होवे उदास। कहो नानक हर भज मना, पर न जम की बास। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ 57 ਸ਼ਲੋਕ 59 ਸ਼ਬਦ ਉਚਾਰੇ। ਉਹਨਾਂ ਦੇ ਸ਼ਬਦਾਂ ਨੂੰ ਅਸੀਂ ਉਨੇ ਹੀ ਸੋਹੇ ਤੇ ਆਨੰਦ ਦੇ ਨਾਲ ਸਰਵਣ ਕਰਦੇ ਹਾਂ। ਪਾਤਸ਼ਾਹ ਦੀ ਬਾਣੀ ਬਹੁਤ ਰੂਹਦਾਰੀਆਂ ਪੇਸ਼ ਕਰਦੀ ਹੈ। ਪਾਤਸ਼ਾਹ ਦੀ ਬਾਣੀ ਇਸ ਦੌਰ ਦੇ ਕੰਟੈਂਪਰੇਰੀ ਮਸਲਿਆਂ ਦੇ ਨਾਲ ਵੀ ਸਾਨੂੰ ਦੋ ਚਾਰ ਕਰਾਉਂਦੀ ਹੈ। ਰਾਮ ਗਿਓ ਰਾਵਣ ਗਿਓ, ਜਾ ਕਾ ਬਹੁ ਪਰਿਵਾਰ, ਭੈ ਕਾਹੂ ਕੋ ਦੇਤ ਨੈ। ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਹਵਾਲੇ ਨੇ। ਪਾਤਸ਼ਾਹ ਦਾ ਸੁਹਜ ਇਹ ਵੀ ਮਹਿਸੂਸ ਕਰਨ ਵਾਲਾ ਆ ਕਿ ਪਾਤਸ਼ਾਹ ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੇ ਨੇ। ਉਹਨਾਂ ਦੀ ਬਾਣੀ ਕੁਝ ਇਸ ਤਰ੍ਹਾਂ ਦੀ ਹੈ। ਬਹੁਤ ਸਾਰੇ ਉਹਨਾਂ ਦੀ ਗੁਰਬਾਣੀ ਦੇ ਵਿੱਚ ਰੰਗ ਨੇ, ਬਹੁਤ ਸਾਰੇ ਹੋਰ ਤਰ੍ਹਾਂ ਦੇ ਸ਼ੇਡਸ ਨੇ। ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਅੱਜ ਚਰਚਾ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਦੀ ਅਨਮਿਊਟ ਦੇ ਨਾਲ ਮੈਂ ਹਰਪ੍ਰੀਤ ਸਿੰਘ ਕਾਲੋਂ ਅਤੇ ਸਾਡੇ ਨਾਲ ਅੱਜ ਦੇ ਮਹਿਮਾਨ ਨੇ ਡਾਕਟਰ ਗੁਰਨਾਮ ਸਿੰਘ। ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਅਤੇ ਤੁਹਾਡਾ ਸਵਾਗਤ ਹੈ ਸਾਡੇ ਇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬੜੀ ਖੁਸ਼ੀ ਹੈ ਤੁਸੀਂ ਚੈਨਲ ਦੇ ਜ਼ਰੀਏ ਮੈਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਉੱਤੇ ਸੰਗਤਾਂ ਨੂੰ ਮੁਬਾਰਕਬਾਦ ਪੇਸ਼ ਕਰਨ ਔਰ ਉਹਨਾਂ ਦੇ ਸੰਗੀਤਕ ਪ੍ਰਪੇਖ ਵਿੱਚ ਗੱਲਬਾਤ ਕਰਨ ਦਾ ਅਵਸਰ ਦੇ ਰਹੇ ਹੋ ਜੀ। ਅਸੀਂ ਅੱਜ ਇਹੋ ਚਰਚਾ ਕਰਨ ਆਏ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਦਾ ਇੱਕ ਵੱਖਰੀ ਤਰ੍ਹਾਂ ਦਾ ਆਨੰਦ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਗੁਰੂਆਂ ਦੇ ਮੁਕਾਬਲੇ ਦੇ ਵਿੱਚ ਦੇਖਦੇ ਹਾਂ ਬਾਕੀ ਗੁਰੂਆਂ ਦੇ, ਪਰ ਉਹਨਾਂ ਦੀ ਬਾਣੀ ਦੇ ਅੰਦਰ ਕੁਝ ਹੈ ਜੋ ਸੰਗਤਾਂ, ਚਾਹੇ ਅਸੀਂ ਆਪਣੇ ਘਰਾਂ ਦੇ ਵਿੱਚ ਅਖੰਡ ਪਾਠ ਰੱਖਦੇ ਹੋਏ ਖੁਸ਼ੀ ਦਾ ਹੋਵੇ, ਗਮ ਦਾ ਹੋਵੇ, ਜਦੋਂ ਆਖਰੀ ਸ਼ਲੋਕਾਂ ਤੱਕ ਪਹੁੰਚਦੇ ਤਾਂ ਇੱਕ ਵੱਖਰੀ ਤਰ੍ਹਾਂ ਦਾ ਹੁੰਦਾ ਆ। ਇਹਨੂੰ ਇਤਿਹਾਸ ਦੇ ਪੈਮਾਨਿਆਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਵੱਖ-ਵੱਖ ਗੁਰੂ ਹੋਏ ਨੇ, ਪਰ ਜੇ ਇਹਨੂੰ ਅਸੀਂ ਰੂਹਾਨੀ ਜਜ਼ਬੇ ਤੋਂ ਵੇਖਿਆ ਜਾਵੇ ਉਹ ਤਾਂ ਇੱਕ ਹੀ ਜੋਤ ਹੈ। ਤੇ ਇੰਝ ਲੱਗਦਾ ਕਿ ਗੁਰੂ ਨਾਨਕ ਪਾਤਸ਼ਾਹ ਦੀ 9ਵੀਂ ਜੋਤ ਬਾਣੀ ਦੇ ਉਸ ਸਿਖਰ ਨੂੰ ਛੂ ਰਹੀ ਹੈ ਅਤੇ ਸਾਡੇ ਸਾਹਮਣੇ ਇੱਕ ਵੱਖਰੀ ਤਰ੍ਹਾਂ ਦੀਆਂ ਚੀਜ਼ਾਂ ਪੇਸ਼ ਕਰ ਰਹੀ ਹੈ। ਬਿਲਕੁਲ ਬਿਲਕੁਲ। ਤੇ ਮੈਂ ਇਹੋ ਚਾਹਾਂਗਾ ਕਿ ਸਾਡੇ ਦਰਸ਼ਕਾਂ ਨਾਲ ਅੱਜ ਇਹੋ ਗੱਲਾਂ ਹੋਣ ਕਿ ਪਾਤਸ਼ਾਹ ਦੀ ਬਾਣੀ ਦਾ ਆਨੰਦ ਕਿਹੋ ਜਿਹਾ ਆ, ਜ਼ੁਬਾਨ ਦੇ ਪੱਖ ਤੋਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੇ, ਉਹਨਾਂ ਨੇ ਜੋ ਸ਼ਬਦ ਉਚਾਰੇ ਉਹ ਕਿਸ ਤਰ੍ਹਾਂ ਦੇ ਨੇ। ਉਹਨਾਂ ਨੇ ਬਹੁਤ ਸਾਰੇ ਕੀਰਤਨੀਏ ਸਿੰਘ ਵੀ ਸਾਡੇ ਸਾਹਮਣੇ ਪੇਸ਼ ਕੀਤੇ ਨੇ। ਮਿਰਦੰਗ ਦੀਆਂ ਗੱਲਾਂ ਹੁੰਦੀਆਂ, ਪਖਾਵੇ ਦੀਆਂ ਗੱਲਾਂ ਹੁੰਦੀਆਂ। ਸੋ ਮੈਨੂੰ ਹੈ ਕਿ ਤੁਸੀਂ ਇਸ ਦੇ ਵਿੱਚ, ਹੁਣ ਇਹ ਸਭਾ ਤੁਹਾਡੀ ਹੈ ਅਤੇ ਮੈਨੂੰ ਲੱਗਦਾ ਕਿ ਇਸ ਦਾ ਜ਼ਿਕਰ ਤੁਹਾਡੇ ਗਾਇਨ ਅਤੇ ਤੁਹਾਡੀਆਂ ਗੱਲਾਂ ਦੇ ਨਾਲ ਹੀ ਹੋਣਾ ਚਾਹੀਦਾ। ਅਤੇ ਮੈਂ ਵੀ ਅੱਜ ਇੱਕ ਬਤੌਰ ਦਰਸ਼ਕ ਹੀ ਇਹ ਸਾਰੀਆਂ ਚੀਜ਼ਾਂ ਨੂੰ ਸੁਣਨਾ। ਬਹੁਤ ਬਹੁਤ ਸ਼ੁਕਰੀਆ ਜੀ। ਜਿਵੇਂ ਤੁਸੀਂ ਆਖਿਆ ਕਿ ਉਹ ਆਮ ਆਪਾਂ ਕਹਿੰਦੇ ਹਾਂ ਨਾ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤਾਨ ਜੀ। ਤਾਂ ਸਤਿਗੁਰੂ ਸਾਨੂੰ ਸਾਰੇ ਕਿਸਮ ਦੇ, ਜਿੱਥੇ ਤੇ ਇਹ ਹੈ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤਾਨ, ਉੱਥੇ ਸਾਨੂੰ ਸਾਰੇ ਜਿਹੜੇ ਭੈ ਨੇ ਉਹਨਾਂ ਤੋਂ ਮੁਕਤ ਵੀ ਕਰ ਰਹੀ ਹੈ। ਬਿਲਕੁਲ। ਇੱਕ ਖਾਸ ਕਿਸਮ ਦੇ ਸਹਿਜ ਨਾਲ, ਖਾਸ ਕਿਸਮ ਦੇ ਸੰਤੋਖ ਨਾਲ। ਔਰ ਜਿਹੜੀ ਤੁਸੀਂ ਕੰਟੀਨਿਊਟੀ ਦੀ, ਨਿਰੰਤਰਤਾ ਦੀ ਗੱਲ ਕੀਤੀ ਹੈ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਤੇ ਨਾਨਕ ਜੋਤ ਦੇ ਵਿੱਚ, ਔਰ ਉਹ ਜਿਹੜੀ ਕੰਟੀਨਿਊਟੀ ਹੈ, ਨਿਰੰਤਰਤਾ ਹੈ ਬਾਣੀ ਵਿੱਚ ਤੇ ਨਜ਼ਰ ਆਉਂਦੀ ਹੈ। ਪਰ ਨਾਲ ਦੀ ਨਾਲ ਸਾਨੂੰ ਫਿਲਾਸਫੀ ਦੇ ਪੱਧਰ ਦੇ ਉੱਤੇ ਔਰ ਵਿਚਾਰ ਦੇ ਪੱਧਰ ਦੇ ਉੱਤੇ ਗੁਰੂ ਸਾਹਿਬ ਕਿਵੇਂ ਉਸ ਦਾ ਵਿਕਾਸ ਕਰ ਰਹੇ ਨੇ ਔਰ ਸਾਡੇ ਤੱਕ ਪਹੁੰਚ ਰਹੀ ਹੈ, ਇਹ ਇੱਕ ਨਿਵੇਕਲੀ ਗੁਰੂ ਪਾਤਸ਼ਾਹ ਦੀ ਗੱਲ ਹੈ। ਔਰ ਰਾਗਾਂ ਦੇ ਪ੍ਰਸੰਗ ਵਿੱਚ ਉਹਨਾਂ ਦਾ ਜਿਹੜਾ ਪ੍ਰਥਮ ਰਾਗ ਗੌੜੀ ਹੈ ਜੀ, ਗੌੜੀ ਦੇ ਬਾਰੇ, ਗੌੜੀ ਰਾਗ ਵਿੱਚ ਤੁਸੀਂ ਵੇਖੋਗੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਪੇਖ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਵੇਰੀਏਸ਼ਨਸ ਨੇ ਰਾਗਾਂ ਦੀਆਂ, ਰਾਗਾਂ ਦੇ ਜਿਹੜੇ ਵੱਖ-ਵੱਖ ਰੂਪ ਨੇ ਜੀ, ਉਹ ਗੌੜੀ ਦੇ ਨਜ਼ਰ ਆਉਂਦੇ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜਿਵੇਂ ਸ੍ਰੀ
ਮਾਝ ਔਰ ਉਸ ਤੋਂ ਬਾਅਦ ਗੌੜੀ ਦਾ ਸਥਾਨ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਔਰ ਗੌੜੀ ਗੁਆਰੇਰੀ ਤੋਂ ਸਾਡਾ ਜਿਹੜਾ ਬਾਣੀ ਦਾ ਪ੍ਰਾਰੰਭ ਹੁੰਦਾ ਹੈ। ਜੀ। ਔਰ ਫਿਰ ਬਾਕੀ ਗੌੜੀ ਦੇ ਜਿਹੜੇ ਪ੍ਰਕਾਰ ਨੇ, ਗੌੜੀ ਪੂਰਬੀ ਹੈ, ਗੌੜੀ ਦੀਪਕੀ ਹੈ, ਗੌੜੀ ਮਾਝ, ਗੌੜੀ ਮਾਲਵਾ। ਔਰ ਉਸੇ ਪ੍ਰਸੰਗ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੌੜੀ ਰਾਗ ਦਾ ਜਿਹੜੀ ਸ਼ੁੱਧ ਗੌੜੀ ਹੈ, ਜੀ, ਜਿਹੜਾ ਕਿਸੇ ਦਾ ਪ੍ਰਕਾਰ ਨਹੀਂ, ਉਸ ਦਾ ਪ੍ਰਯੋਗ ਕੀਤਾ ਹੈ। ਔਰ ਗੌੜੀ ਭਾਰਤੀ ਸੰਗੀਤ ਦੇ ਵਿੱਚ ਵੀ ਬੜਾ ਮਹੱਤਵਪੂਰਨ ਇੱਕ ਰਾਗ ਹੈ, ਔਰ ਕਬੀਰ ਜੀ ਨੇ ਇਸ ਨੂੰ ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ ਪ੍ਰਯੋਗ ਕੀਤਾ। ਉਸ ਪਰੰਪਰਾ ਦੇ ਵਿੱਚ ਵੀ ਇਹਦਾ ਬੜਾ ਪ੍ਰਯੋਗ ਹੈ। ਔਰ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਰਤੀ ਸੰਸਕ੍ਰਿਤੀ ਨਾਲ, ਭਾਰਤੀ ਸੰਗੀਤ ਦੇ ਨਾਲ, ਔਰ ਇਹ ਸਾਰੇ ਏਸ਼ੀਆਈ ਸੰਗੀਤ ਨਾਲ ਮੈਂ ਤੇ ਕਹਾਂਗਾ ਬੜੇ ਗਹਿਰੇ ਤੌਰ ਤੇ ਜੁੜੇ ਹੋਏ ਸੀ। ਔਰ ਉਹਨਾਂ ਨੇ ਗੌੜੀ ਰਾਗ ਦਾ, ਔਰ ਬਿਹਤਰ ਹੋਏਗਾ ਕਿ ਆਪਾਂ ਗੌੜੀ ਰਾਗ ਤੋਂ ਸਿਰਫ ਉਸ ਦੇ ਨਾਲ ਸਾਂਝ ਪਾ ਕੇ ਥੋੜੀ ਜੀ ਆਪਾਂ ਅੱਗੇ ਇਸ ਗੱਲ ਨੂੰ ਆਪਾਂ ਵਧਾਉਂਦੇ ਹਾਂ ਜੀ। ਵਾਹਿਗੁਰੂ ਸਾਧੋ ਸਾਧੂ ਗੋਬਿੰਦ ਕੇ ਗੁਣ ਗਾਓ, ਸਾਧੋ ਗੋਬਿੰਦ ਕੇ ਗੁਣ ਗਾਓ। ਮਾਨਸ ਜਨਮ ਅਮੋਲਕ ਪਾਇਓ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਬਿਰਥਾ ਕਾਹੇ ਗਵਾਵੋ। ਸਾਧੋ ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਬਿਰਥਾ ਕਾਹੇ ਗਵਾਵੋ। ਸਾਧੋ ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ, ਗੋਬਿੰਦ ਕੇ ਗੁਣ, ਗੋਬਿੰਦ ਕੇ ਗੁਣ ਗਾਵੋ। ਜਿਵੇਂ ਕਿ ਤੁਸੀਂ ਆਪ ਖੁਦ ਹੀ ਦੱਸਿਆ ਕਿ ਗੁਰੂ ਪਾਤਸ਼ਾਹ ਨੇ 15 ਰਾਗਾਂ ਦਾ ਇਸਤੇਮਾਲ ਕੀਤਾ ਆਪਣੀ ਬਾਣੀ ਦੇ ਵਿੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਰਾ ਸ਼ਬਦ ਤੇ ਸੰਗੀਤ ਦਾ ਸੁਮੇਲ ਹੈ ਜੀ। ਔਰ ਸ਼ਬਦ ਨੂੰ ਦੇ ਸੰਚਾਰ ਦੇ ਲਈ ਗੁਰੂ ਪਾਤਸ਼ਾਹ ਨੇ ਜਿੱਥੇ ਬਾਕੀ ਜੁਗਤਾਂ ਦਾ ਇਸਤੇਮਾਲ ਕੀਤਾ, ਉੱਥੇ ਸੰਗੀਤਕ ਜਿਹੜੀ ਜੁਗਤ ਹੈ, ਸ਼ਬਦ ਦੇ ਕੀਰਤਨ ਦੀ ਜਿਹੜੀ ਜੁਗਤ ਹੈ, ਗੁਰੂ ਨਾਨਕ ਪਾਤਸ਼ਾਹ ਤੋਂ ਪ੍ਰਾਰੰਭ ਹੋ ਜਾਂਦੀ ਹੈ। ਔਰ ਗੁਰੂ ਨਾਨਕ ਪਾਤਸ਼ਾਹ ਸ਼ਬਦ ਦਾ ਸਾਰੀ ਦੁਨੀਆ ਤੱਕ ਜਿਹੜਾ ਸੰਚਾਰ ਕਰਨ ਦੇ ਲਈ ਉਹ ਸੰਗੀਤ ਦੇ ਰਸਤੇ ਦੇ ਵਿੱਚ ਰਾਗ ਦਾ ਇਸਤੇਮਾਲ ਕਰਦੇ ਨੇ, ਜਿਹੜਾ ਸਾਨੂੰ ਬਹੁਤ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਵਰਤਮਾਨ ਸਮੇਂ ਵੀ। ਔਰ ਕਿਉਂਕਿ ਸਭ ਤੋਂ ਅਣਗੌਲਿਆ ਇਹ ਪੱਖ ਹੈ ਰਾਗ ਵਾਲਾ ਪੱਖ ਸਾਡੇ ਸਿੱਖ ਪੰਥ ਦੇ ਵਿੱਚ ਵੀ, ਔਰ ਇਸ ਪਾਸੇ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਗੁਰੂ ਪਾਤਸ਼ਾਹ ਰਾਗ ਦਾ ਇਸਤੇਮਾਲ ਕਿਉਂ ਕਰ ਰਹੇ ਨੇ। ਬਿਲਕੁਲ, ਕਿਉਂਕਿ ਇਹਨਾਂ ਰਾਗਾਂ ਨੂੰ ਗਾਇਨ ਸ਼ੈਲੀ ਦੇ ਪ੍ਰਸੰਗ ਵਿੱਚ ਵੀ ਅੰਕਿਤ ਕੀਤਾ ਜਾ ਸਕਦਾ ਸੀ, ਕਿਉਂਕਿ ਰਾਗ ਦੀ ਇੱਕ ਭਾਰਤੀ ਬਹੁਤ ਵੱਡੀ ਪਰੰਪਰਾ ਹੈ ਜਿਹੜੀ ਸਦੀਆਂ ਤੋਂ ਚੱਲੀ ਆਉਂਦੀ ਸੀ। ਔਰ ਰਾਗ ਇੱਕ ਖਾਸ ਕਿਸਮ ਦੀ ਮੈਲੋਡਿਕ ਲੈਂਗੁਏਜ ਹੈ, ਸਰੋਦੀ ਜਿਹੜੀ ਭਾਸ਼ਾ ਹੈ, ਸੰਗੀਤਕ ਭਾਸ਼ਾ ਹੈ। ਉਹ ਭਾਸ਼ਾ ਇਸ ਵੇਲੇ ਸਾਨੂੰ ਵਿਸਰ ਗਈ ਹੈ, ਅਸੀਂ ਉਸ ਭਾਸ਼ਾ ਨੂੰ ਸਮਝ ਨਹੀਂ ਰਹੇ ਕਿ ਕਿਵੇਂ ਜਿਹੜੇ ਸਾਡੇ ਸੰਤ ਸੀ, ਸਾਡੇ ਮਹਾਂਪੁਰਖ ਸੀ, ਉਹ ਆਪਸੀ ਜਿਹੜਾ ਸੰਵਾਦ ਜਦੋਂ ਰਚਾਉਂਦੇ ਸੀ ਤੇ ਉਹ ਰਾਗ ਦੇ ਜ਼ਰੀਏ ਆਪਣਾ ਸੰਵਾਦ ਰਚਾਉਂਦੇ ਸੀ। ਤੇ ਜਦੋਂ ਉਹ
ਵੱਖ-ਵੱਖ ਥਾਵਾਂ ਤੇ ਜਾ ਕੇ ਅਗਰ ਗੁਰੂ ਨਾਨਕ ਪਾਤਸ਼ਾਹ ਉਦਾਸੀਆਂ ਸਮੇਂ ਗਏ ਨੇ ਤਾਂ ਜਿੱਥੇ ਵੀ ਗਏ ਉਹਨਾਂ ਨੇ ਕੀਰਤਨ ਕੀਤਾ, ਤਾਂ ਕੀਰਤਨ ਕਰਨ ਦੇ ਲਈ ਵੀ ਉਹਨਾਂ ਨੇ ਫਿਰ ਜਿਹੜੀ ਲੈਂਗੁਏਜ ਵਰਤੀ, ਅੱਖਰੀ ਜਿਹੜੀ ਸ਼ਾਬਦਿਕ ਭਾਸ਼ਾ ਹੈ ਉਹ ਤੇ ਹੈ ਹੀ ਸੀ ਬਾਣੀ ਦੇ ਵਿੱਚ, ਪਰ ਨਾਲ ਜਿਹੜੀ ਸੰਗੀਤਕ ਭਾਸ਼ਾ ਸੀ ਉਸ ਦਾ ਵੀ ਉਹ ਇਸਤੇਮਾਲ ਕਰਦੇ ਸੀ। ਸੰਗੀਤ ਕੀਰਤਨ ਬਰਦਾਨਿਆਂ, ਛੇੜ ਰਬਾਬ ਬਾਣੀ ਆਈ ਹੈ, ਤੈਂ ਬਾਜੋ ਬਾਣੀ ਸਰ ਨਹੀਂ ਆਉਂਦੀ, ਇਹ ਸਾਰੇ ਜਿਹੜੇ ਪ੍ਰਸੰਗ ਨੇ ਸਾਨੂੰ ਕਿਸੇ ਪਾਸੇ ਵੱਲ ਪ੍ਰੇਰਦੇ ਨੇ ਜੀ, ਔਰ ਸਾਨੂੰ ਇਸ ਗੱਲ ਵੱਲ ਸੰਕੇਤ ਕਰਦੇ ਨੇ ਕਿ ਸਾਨੂੰ ਇਸ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ। ਫਿਰ ਗੁਰੂ ਪਾਤਸ਼ਾਹ ਜਿਸ ਸਥਾਨ ਤੇ ਵੀ ਜਾਂਦੇ ਨੇ ਉੱਥੇ ਦੇ ਰਾਗਾਂ ਦਾ ਇਸਤੇਮਾਲ ਕਰਦੇ ਨੇ, ਉੱਥੇ ਦੇ ਰਾਗਾਂ ਦਾ ਪ੍ਰਯੋਗ ਕਰਦੇ ਨੇ, ਉਸ ਸੱਭਿਆਚਾਰ ਦੇ ਰਾਗਾਂ ਦਾ ਪ੍ਰਯੋਗ ਕਰਦੇ ਨੇ। ਅਗਰ ਉਹ ਇਸ ਪਾਸੇ ਰਾਜਸਥਾਨ ਵਾਲੇ ਪਾਸੇ ਜਾਂਦੇ ਨੇ, ਸੋਰਠ ਵਰਤ ਰਹੇ ਨੇ, ਸੌਰਾਸ਼ਟਰ ਦੇਸ਼ ਦੀ ਗੱਲ ਕਰਦੇ ਨੇ, ਸੋਰਠ ਉੱਥੋਂ ਦਾ ਰਾਗ ਹੈ, ਆਸਾ ਤੇ ਆਪਣਾ ਰਾਗ ਹੈ ਹੀ, ਮਾਝ ਆਪਣਾ ਰਾਗ ਹੈ। ਤਾਂ ਮੈਂ ਅਰਜ਼ ਕਰ ਰਿਹਾ ਸੀ ਕਿ ਸਾਰੇ ਰਾਗਾਂ ਦੀ ਇੱਕ ਖਾਸ ਅਹਿਮੀਅਤ ਹੈ ਬਾਣੀ ਦੇ ਪ੍ਰਸੰਗ ਵਿੱਚ, ਔਰ ਗੁਰੂ ਪਾਤਸ਼ਾਹ ਉਹਨਾਂ ਰਾਗਾਂ ਦਾ ਪ੍ਰਯੋਗ ਕਰਦੇ ਆ ਰਹੇ ਨੇ, ਔਰ ਰਾਗਾਂ ਦੀ ਖਾਸ ਜਿਹੜੀ ਸਰੋਦੀ ਜਿਹੜੀ ਭਾਖਾ ਹੈ ਉਸ ਨੂੰ ਸਮਝਣ ਦੀ ਸਾਨੂੰ ਜ਼ਰੂਰਤ ਹੈ। ਔਰ ਉਸ ਸਰੋਦੀ ਭਾਖਾ ਦੇ ਵਿੱਚ ਜਿਵੇਂ ਤੁਹਾਡੇ ਉੱਧਰ ਅੱਖਰ ਹੁੰਦੇ ਨੇ ਜੀ, ਆਮ ਬੋਲ ਬਾਣੀ ਦੇ ਵਿੱਚ ਤੇ ਭਾਸ਼ਾ ਦੇ ਨੁਕਤਾ ਨਿਗਾਹ ਤੋਂ, ਉਸੇ ਤਰ੍ਹਾਂ ਹੀ ਸਾਡੇ ਕੋਲ ਸੁਰ ਨੇ, ਔਰ ਉਹਨਾਂ ਸੁਰਾਂ ਨੂੰ ਸਮਝਣ ਦੀ ਜ਼ਰੂਰਤ ਹੈ, ਇਸ ਵੇਲੇ ਬੜੀ ਜ਼ਰੂਰਤ ਹੈ, ਤਾਂ ਕਿ ਅਸੀਂ ਉਸ ਪਰੰਪਰਾ ਨੂੰ ਕਾਇਮ ਰੱਖ ਕੇ ਇੱਕ ਵੱਡੀ ਜਿਹੜੀ ਸਾਡੀ ਵਿਰਾਸਤ ਸੀ ਉਸ ਨੂੰ ਅਸੀਂ ਸੰਭਾਲ ਸਕੀਏ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪ੍ਰਸੰਗ ਵਿੱਚ ਗੱਲ ਕਰੀਏ ਤੇ ਉਸੇ ਪਰੰਪਰਾ ਨੂੰ ਹੀ ਗੁਰੂ ਪਾਤਸ਼ਾਹ ਅਗਾਂਹ ਤੋਰ ਰਹੇ ਨੇ, ਔਰ ਉਹ ਵੱਖ-ਵੱਖ ਜਿਹੜੇ 15 ਰਾਗ ਨੇ ਉਹਨਾਂ ਵਿੱਚ ਉਹਨਾਂ ਨੇ ਬਾਣੀ ਦਾ ਉਚਾਰਨ ਕੀਤਾ। ਜਿਵੇਂ ਗੌੜੀ ਰਾਗ ਹੈ, ਇਸ ਤੋਂ ਅੱਗੇ ਆਸਾ ਹੈ, ਦੇਵ ਗੰਧਾਰੀ ਹੈ, ਬਿਹਾਗੜਾ ਹੈ, ਸੋਰਠ, ਧਨਾਸਰੀ, ਜੈਸਰੀ, ਟੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਔਰ ਇਹ ਬਸੰਤ, ਸਾਰੰਗ, ਜੈਜਾਵੰਤੀ, ਜਿਹਦੇ ਬਾਰੇ ਕਿਹਾ ਜਾਂਦਾ ਕਿ ਗੁਰੂ ਨਾਨਕ ਪਾਤਸ਼ਾਹ ਔਰ ਗੁਰੂ ਅਰਜਨ ਪਾਤਸ਼ਾਹ ਤੱਕ ਇਸ ਰਾਗ ਦਾ ਇਸਤੇਮਾਲ ਨਹੀਂ ਕੀਤਾ ਗਿਆ, ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜੈਜਾਵੰਤੀ ਰਾਗ ਦਾ ਪ੍ਰਯੋਗ ਜਿਹੜਾ ਆਪਣੀ ਬਾਣੀ ਦੇ ਲਈ ਕੀਤਾ। ਇਹਨਾਂ 15 ਰਾਗਾਂ ਦੇ ਵਿੱਚ ਇੱਕ ਹੋਰ ਖੂਬਸੂਰਤੀ ਇਹ ਹੈ ਕਿ ਇਹਨਾਂ 15 ਰਾਗਾਂ ਦੇ ਵਿੱਚ ਜਿਹੜਾ ਤਿਲੰਗ ਹੈ, ਤਿਲੰਗ ਕਾਫੀ ਉਹਨਾਂ ਨੇ ਇਸਤੇਮਾਲ ਕੀਤਾ, ਤਿਲੰਗ ਕਾਫੀ। ਔਰ ਕਈ ਤਾਂ ਵਿਦਵਾਨ 15 ਦੀ ਬਜਾਏ 17 ਦੀ ਗਿਣਤੀ ਇਸ ਤਰ੍ਹਾਂ ਕਰ ਲੈਂਦੇ ਨੇ, ਕਿਉਂਕਿ ਤਿਲੰਗ ਕਾਫੀ ਦਾ ਟਾਈਟਲ ਉਸ ਰਾਗ ਤਾਂ ਬਾਣੀ ਸ਼ੁਰੂ ਹੁੰਦੀ ਹੈ ਤਿਲੰਗ ਕਾਫੀ ਤੋਂ, ਔਰ ਵਿੱਚ ਫਿਰ ਉਹਦੇ ਤਿਲੰਗ ਦਾ ਸਿਰਲੇਖ ਵੀ ਆਉਂਦਾ, ਜਿਵੇਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਸ਼ਬਦ ਹੈ, ਉਹ ਇਹ ਇਹਦਾ ਤਿਲੰਗ ਦਾ ਸਿਰਲੇਖ ਹੈ, ਔਰ ਜਿਹੜਾ ਚੇਤਨਾ ਹੈ ਤੋ ਚੇਤ ਲੈ, ਇੱਥੋਂ ਬਾਣੀ ਦਾ ਪ੍ਰਾਰੰਭ ਹੋ ਜਾਂਦਾ। ਤੇ ਤਿਲੰਗ ਕਾਫੀ ਤੋਂ ਤਿਲੰਗ ਤੇ ਤਿਲੰਗ ਕਾਫੀ ਨੂੰ ਫਿਰ ਇਹ 2 ਰਾਗ ਮੰਨ ਲਿਆ ਜਾਂਦਾ। ਔਰ ਇਸੇ ਤਰ੍ਹਾਂ ਹੀ ਬਸੰਤ ਹਿੰਡੋਲ ਜਿਹੜਾ ਹੈ ਉਹਦੇ ਅੰਤਰਗਤ ਬਸੰਤ ਰਾਗ ਵੀ ਵੱਖਰਾ ਸਿਰਲੇਖ ਦਿੱਤਾ ਗਿਆ, ਤਾਂ ਉਹ ਬਸੰਤ ਤੇ ਬਸੰਤ ਹਿੰਡੋਲ ਨੂੰ 2 ਮੰਨ ਕੇ 17 ਵੀ ਕਈ ਮੰਨ ਲੈਂਦੇ ਨੇ। ਸੋ ਇਸ ਆਪਾਂ ਉਹਦੇ 'ਚ ਨਾ ਪਈਏ, ਕਿਉਂਕਿ ਇਹ ਇੱਕ ਬੜਾ ਵੱਡਾ ਸਿਸਟਮ ਹੈ ਗੁਰਬਾਣੀ ਦਾ ਅਰੇਂਜਮੈਂਟ ਬਹੁਤ ਵੱਖਰੀ ਕਿਸਮ ਦਾ ਹੈ, ਜਿਹਦੇ ਬਾਰੇ 'ਚ ਅਸੀਂ ਬਹੁਤ ਘੱਟ ਗੱਲ ਕੀਤੀ ਹੈ। ਇਸ ਵੇਲੇ ਸਾਡੀਆਂ ਟਕਸਾਲਾਂ, ਸਾਡੇ ਜਿਹੜੇ ਵਿਦਵਾਨ ਨੇ ਜਾਂ ਸਾਡੇ ਜਿਹੜੇ ਵਿਚਾਰਕ ਨੇ, ਉਹ ਕਿਤੇ ਗੱਲ ਉਲੇਖ ਮਾਤਰ, ਸੰਕੇਤ ਮਾਤਰ ਕਰਦੇ ਨੇ, ਸੰਕੇਤ ਮਾਤਰ ਮੈਂ ਕਹਿਣਾ ਚਾਹੁੰਦਾ ਸੀ, ਸੰਕੇਤ ਮਾਤਰ ਕਰਦੇ ਨੇ। ਪਰ ਬਾਣੀ ਦੇ ਅਰੇਂਜਮੈਂਟ ਨੂੰ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਉਹਨੂੰ ਕੰਪਾਈਲ ਕੀਤਾ ਬਾਣੀ ਨੂੰ, ਉਸ ਨੂੰ ਬਹੁਤ ਸਮਝਣ ਦੀ ਜ਼ਰੂਰਤ ਹੈ। ਔਰ ਰਾਗਾਂ ਦੇ ਪ੍ਰਸੰਗ ਵਿੱਚ ਉਹਦੀ ਬੜੀ ਅਹਿਮੀਅਤ ਹੈ, ਕਿਉਂਕਿ ਉਹਨਾਂ ਨੇ ਅੰਕ ਲਾ ਕੇ ਸਾਨੂੰ ਦੱਸ ਦਿੱਤਾ ਹੈ ਕਿ ਫਲਾਂ ਸ਼ਬਦ ਇਸ ਰਾਗ ਦੇ ਵਿੱਚ ਹੈ, ਔਰ ਇਸ ਰਾਗ ਦੇ ਵਿੱਚ ਸ਼ੁਰੂ ਹੁੰਦਿਆਂ ਉੱਪਰੋਂ ਤੁਸੀਂ ਜਿਹੜਾ ਰਾਗ ਸ਼ੁਰੂ ਕਰੋਗੇ ਉਸ ਦੇ ਅੰਕਾਂ ਦੀ ਤਰਤੀਬ ਉਹਨਾਂ ਨੇ ਦਿੱਤੀ ਹੈ। ਫਿਰ ਉਹਨਾਂ ਨੇ ਫੁੱਲ ਹੈਡਿੰਗ ਨਹੀਂ ਦਿੱਤਾ ਉਸ ਰਾਗ ਦਾ, ਫਿਰ ਉਹਨਾਂ ਨੇ ਸਿਰਫ ਉਹਦਾ ਨਾਮ ਹੀ ਦਿੱਤਾ, ਉਹਦੇ ਪ੍ਰਕਾਰ ਦਾ ਦੂਸਰਾ ਨਾਮ ਨਹੀਂ ਦਿੱਤਾ। ਜਿਵੇਂ ਗੌੜੀ ਗੁਆਰਰੀ ਤੋਂ ਗੌੜੀ ਸ਼ੁਰੂ ਹੁੰਦਾ, ਪਰ ਅੱਗੇ ਜਾ ਕੇ ਗੌੜੀ ਬਣ ਜਾਂਦਾ। ਉਸੇ ਤਰ੍ਹਾਂ ਹੀ ਬਸੰਤ ਹਿੰਡੋਲ ਤੋਂ ਗੁਰੂ ਪਾਤਸ਼ਾਹ ਸ਼ੁਰੂ ਕਰਦੇ ਨੇ, ਪਰ ਵਿੱਚ ਬਸੰਤ ਦਾ ਸਿਰਲੇਖ ਦੇ ਦਿੰਦੇ ਨੇ। ਇਹ ਇੱਕ ਅੰਕਣ, ਇੱਕ ਜਿਹੜਾ ਅੰਕਿਤ ਕਰਨ ਦਾ ਜਿਹੜਾ ਸਕ੍ਰਿਪਚਰ ਨੂੰ ਉਹਨਾਂ ਨੇ ਸਿਸਟਮ ਅਪਣਾਇਆ, ਔਰ ਖਾਸ ਕਿਸਮ ਦਾ ਅਰੇਂਜਮੈਂਟ ਹੈ। ਔਰ ਇਹ ਸਮਝਣ ਦੀ ਸਾਨੂੰ ਜ਼ਰੂਰਤ ਹੈ ਕਿ ਇਹਨਾਂ ਰਾਗਾਂ ਨੂੰ, ਇਹਨਾਂ ਦੀ ਖਾਸ ਤਰਤੀਬ ਨੂੰ, ਜਿਹੜੀ ਉਹਨਾਂ ਦੀ ਪ੍ਰਕਿਰਤੀ ਦੀ ਗੱਲ ਤੇ ਅਸੀਂ ਬਾਅਦ ਵਿੱਚ ਕਰਾਂਗੇ, ਪਰ ਅਗਰ ਸਟਰਕਚਰ ਦੇ ਲੈਵਲ ਉੱਤੇ ਹੀ ਅਸੀਂ ਸਮਝਣ ਵਾਲੇ ਪਾਸੇ ਨੂੰ ਚੱਲੀਏ ਤੇ ਸਾਨੂੰ ਲੱਗਦਾ ਹੈ ਕਿ ਇੱਕ ਵੱਡੀ ਨਿਰੰਤਰਤਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ ਸਾਡੇ ਸਨਮੁਖ ਆਉਂਦੀ ਹੈ। ਔਰ ਉਸ ਪਰੰਪਰਾ ਨੂੰ ਗੁਰੂ ਪਾਤਸ਼ਾਹ ਜਿਹੜੇ ਨੇ ਉਹ ਕਾਇਮ ਰੱਖ ਰਹੇ ਨੇ ਰਾਗਾਂ ਦੇ ਪ੍ਰਸੰਗ ਵਿੱਚ। ਫਿਰ ਇੱਕ ਮੁੱਖ ਰਾਗ, ਫਿਰ ਉਹਦੇ ਅੱਗੇ ਪ੍ਰਕਾਰ ਉਹਨਾਂ ਦਾ ਇਸਤੇਮਾਲ ਕਰ ਰਹੇ ਨੇ। ਔਰ ਜਿੰਨੇ ਵੀ ਰਾਗ ਨੇ, ਰਾਗ ਬੜੇ ਸਥਾਪਿਤ ਰਾਗ ਨੇ, ਔਰ ਇਹਨਾਂ ਰਾਗਾਂ ਦੇ ਵਿੱਚ ਜਿਸ ਤਰ੍ਹਾਂ ਦੇਖੋ
ਸਾਡੇ ਸਿੱਖ ਪੰਥ ਦੇ ਵਿੱਚ ਆਸਾ ਰਾਗ ਸਾਡਾ ਆਪਣਾ ਰਾਗ ਹੈ। ਟੁੰਡੇ ਅਸ ਰਾਜੇ ਕੀ ਧੁਨੀ ਦੇ ਵਿੱਚ ਆਸਾ ਦੀ ਵਾਰ ਦਾ ਅਸੀਂ ਰੋਜ਼ ਕੀਰਤਨ ਕਰਦੇ ਹਾਂ। ਅਸ ਦੇਸ਼ ਦਾ ਇਸ ਨੂੰ ਰਾਗ ਆਖਿਆ ਜਾਂਦਾ ਹੈ। ਮਾਝ ਰਾਗ ਸਾਡਾ ਆਪਣਾ ਰਾਗ ਹੈ ਮਾਝੇ ਦਾ। ਤੋ ਇਸ ਤਰ੍ਹਾਂ ਸਾਡੇ ਆਪਣੇ ਸੱਭਿਆਚਾਰ ਦੇ ਵਿੱਚੋਂ, ਸਾਡੇ ਆਪਣੇ ਸੰਗੀਤ ਦੇ ਵਿੱਚੋਂ ਵਿਕਸਿਤ ਰਾਗਾਂ ਦਾ ਇਸਤੇਮਾਲ ਗੁਰੂ ਪਾਤਸ਼ਾਹ ਕਰਦੇ ਨੇ। ਤੋ ਇਸ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਆਸਾ ਰਾਗ ਦਾ ਇਸਤੇਮਾਲ ਵੀ ਕਰ ਰਹੇ ਨੇ ਔਰ ਤਿਲੰਗ ਦਾ ਇਸਤੇਮਾਲ ਕਰ ਰਹੇ ਨੇ। ਦੇਵਗੰਧਾਰੀ ਉਹਨਾਂ ਦਾ ਬੜਾ ਪ੍ਰਿਯ ਰਾਗ ਹੈ। ਗੁਰੂ ਅਰਜਨ ਪਾਤਸ਼ਾਹ ਦਾ ਵੀ ਬੜਾ ਪ੍ਰਿਯ ਰਾਗ ਹੈ ਦੇਵਗੰਧਾਰੀ। ਔਰ ਆਪਣੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤਾਂ ਇਸ ਵਿੱਚ ਕਮਾਲ ਕੀਤੀ ਹੋਈ ਹੈ। ਅਗਰ ਤੁਸੀਂ ਉਹਨਾਂ ਦੀ ਬਾਣੀ ਇਸ ਵਿੱਚ ਤੁਸੀਂ ਸੁਣਦੇ ਹੋ ਤੇ ਸਭ ਕੁਛ ਜੀਵਤ ਕਉ ਬਿਵਹਾਰ ਜੀ, ਇਹ ਸ਼ਬਦ ਮਾਤ ਪਿਤਾ ਭਾਈ ਸੁਤ ਬੰਤਾ ਅਰਫੁਨ ਗ੍ਰਹਿ ਕੀ ਨਾਰ ਸਭ ਕੁਛ ਜੀਵਤ ਕਉ ਬਿਵਹਾਰ ਇਸ ਦੇਵਗੰਧਾਰੀ ਰਾਗ ਵਿੱਚ ਹੈ। ਔਰ ਅਸੀਂ ਆਮ ਇਸ ਦਾ ਗਾਇਨ ਕਰਦੇ ਹਾਂ ਆਪਾਂ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਦੇਵਗੰਧਾਰੀ ਰਾਗ। ਔਰ ਦੇਵਗੰਧਾਰੀ ਰਾਗ ਦੇ ਵਿੱਚ ਜੋ ਵੈਰਾਗ ਹੈ, ਜੋ ਸਹਿਜ ਔਰ ਜੋ ਸੰਤੋਖ ਹੈ, ਉਹ ਜਿਹੜੀਆਂ ਉਹਦੀਆਂ ਵਿਰਾਗਮਈ ਜਿਹੜੀਆਂ ਰਸਿਕ ਸੁਰਾਵਲੀਆਂ ਨੇ, ਉਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਜਿਹੜੀ ਬਾਣੀ ਦੀ ਜਿਹੜੀ ਪ੍ਰਕਿਰਤੀ ਹੈ, ਉਹਦੇ ਨਾਲ ਸ਼ਬਦ ਦੀ ਜਿਹੜੀ ਪ੍ਰਕਿਰਤੀ ਹੈ, ਉਸ ਨਾਲ ਜੁੜਦੀ ਹੈ। ਮੈਂ ਚਾਹਾਂਗਾ ਕਿ ਉਸ ਨੂੰ ਆਪਾਂ ਜ਼ਰੂਰ ਇਸ ਸ਼ਬਦ ਨੂੰ ਦੀ ਇੱਕ ਪੰਕਤੀ ਨੂੰ ਆਪਾਂ ਇਸਦਾ ਗਾਇਨ ਕਰੀਏ ਤਾਂ ਕਿ ਦੇਵਗੰਧਾਰੀ ਰਾਗ ਵੀ ਸਾਨੂੰ ਸਮਝ ਆ ਸਕੇ ਔਰ ਕਿਵੇਂ ਗੁਰੂ ਪਾਤਸ਼ਾਹ ਉਸ ਦੇ ਵਿੱਚ ਇਸ ਨੂੰ ਉਚਾਰ ਰਹੇ ਨੇ, ਗਾ ਰਹੇ ਨੇ, ਉਹ ਵੀ ਸਾਨੂੰ ਸਮਝ ਆ ਸਕੇ। ਵਾਹਿਗੁਰੂ ਜਗਤ ਮੈਂ ਝੂਠੀ ਦੇਖੇ जगत में झूठी देखी प्रीत, अपने ही सुख स्यों सब लाग्यो, अपने ही सुख स्यों सब लाग्यो, क्या दरा क्या क्या दारा क्या मीत, जगत में झूठी देखी प्रीत, जगत में झूठी देखी प्रीत, झूठी देखी झूठी देखी प्रीत। ਇਹ ਦੇਵਗੰਧਾਰੀ ਰਾਗ ਸੀ। ਇਸੇ ਤਰ੍ਹਾਂ ਹੀ ਧਨਾਸਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਆਰਤੀ ਉਚਾਰ ਰਹੇ ਨੇ ਔਰ ਧਨਾਸਰੀ ਰਾਗ ਦੇ ਵਿੱਚ ਸਾਰੇ ਸੰਤਾਂ ਭਗਤਾਂ ਨੇ ਵੀ ਆਰਤੀ ਦਾ ਉਚਾਰਨ ਕੀਤਾ। ਤੁਸੀਂ ਅਗਰ ਆਰਤੀ ਦਾ ਕੀਰਤਨ ਸੁਣਿਆ ਹੋਵੇ ਤੇ ਉਹਦੇ ਵਿੱਚ ਵੀ ਜਿੰਨੀਆਂ ਆਰਤੀ ਦੀਆਂ ਕੰਪੋਜੀਸ਼ਨਸ ਨੇ, ਆਰਤੀ ਦੀਆਂ ਬਾਣੀ ਰਚਨਾਵਾਂ ਨੇ, ਉਹ ਧਨਾਸਰੀ ਰਾਗ ਵਿੱਚ ਸਾਨੂੰ ਮਿਲਦੀਆਂ ਨੇ। ਔਰ ਉਹ ਸਾਰੀ ਅਸੀਂ ਇੱਕ ਵੱਡੀ ਰਚਨਾ ਬਣਾ ਕੇ ਆਰਤੀ ਦੀ ਕੀਰਤਨ ਚੌਕੀ, ਬਿਲਕੁਲ ਅਗਰ ਕੀਰਤਨ ਚੌਕੀਆਂ ਤੁਹਾਨੂੰ ਆਪਣਾ ਜਿਹੜਾ ਸ਼ਬਦ ਕੀਰਤਨ ਚੌਕੀ ਦਾ ਇਹ ਖਾਸ ਪਰੰਪਰਾ ਗੁਰੂ ਪਾਤਸ਼ਾਹ ਨੇ ਸਾਨੂੰ ਜਿਹੜੀ ਦਿੱਤੀ ਹੈ, ਉਸ ਵਿੱਚ ਆਰਤੀ ਦੀ ਕੀਰਤਨ ਚੌਕੀ ਬੜੀ ਇੰਪੋਰਟੈਂਟ ਹੈ। ਔਰ ਧਨਾਸਰੀ ਰਾਗ ਜਿਹੜਾ ਹੈ ਗੁਰੂ ਪਾਤਸ਼ਾਹ ਆਪਣੇ ਲਈ ਵਰਤ ਰਹੇ ਨੇ, ਉਹਨਾਂ ਦਾ ਬੜਾ ਮਹੱਤਵਪੂਰਨ ਸ਼ਬਦ ਹੈ, ਕਾਹੇ ਰੇਬਨ ਖੋਜਨ ਜਾਈ, ਜਿਹੜੀ ਬੜੀ ਵੱਡੀ ਸਾਡੇ ਜਿਹੜਾ ਭਾਰਤੀ ਯੋਗ ਮਤ ਅਤੇ ਜਿਹੜਾ ਵਾਣਪ੍ਰਸਥ ਮਤ ਹੈ, ਉਹਨਾਂ ਸਾਰਿਆਂ ਦੇ ਉੱਤੇ, ਯੋਗੀਆਂ ਦੇ ਉੱਤੇ, ਸਿੱਧਾਂ ਦੇ ਉੱਤੇ ਜੇ ਉਹ ਕਟਾਕਸ਼ ਕਰਦੇ ਨੇ ਤੇ ਗੁਰੂ ਪਾਤਸ਼ਾਹ ਵੀ ਸਾਨੂੰ ਉਸ ਪਾਸੇ ਵੱਲ ਨੂੰ ਪ੍ਰੇਰ ਰਹੇ ਨੇ। ਔਰ ਇਹ ਧਨਾਸਰੀ ਰਾਗ ਦੇ ਵਿੱਚ ਹੈ। ਆਪਣੇ ਆਪ ਦੇ ਵਿੱਚ ਇਸ ਸ਼ਬਦ ਦਾ ਜਿਹੜਾ ਭਾਖਾ ਦੇ ਪੱਖ ਤੋਂ ਜਿਹੜਾ ਸਰੋਦੀ ਅੰਸ਼ ਨੇ ਉਹ ਵੀ ਸਾਨੂੰ ਵੇਖਣ ਨੂੰ ਮਿਲਦੇ ਨੇ ਔਰ ਨਾਲ ਨਾਲ ਧਨਾਸਰੀ ਰਾਗ ਦੀ ਜਿਹੜੀ ਆਪਣੀ ਸੁਰਾਤਮਕ ਜਿਹੜੀ ਉਹਦਾ ਵਿਸਥਾਰ ਹੈ ਉਹ ਵੀ ਸਾਨੂੰ ਇਸ ਸ਼ਬਦ ਦੇ ਵਿੱਚ ਮਿਲਦਾ। ਇੱਕ ਮੈਂ ਤੁਹਾਨੂੰ ਜ਼ਰੂਰ ਅਰਜ਼ ਕਰਦੇ ਹਾਂ ਕਿ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਹੈ ਕਿ ਰਾਗ ਕੇਵਲ ਉੱਪਰ ਟਾਈਟਲ ਵਜੋਂ ਹੀ ਦਿੱਤੇ ਹੋਏ ਨੇ, ਉੱਪਰ ਹੀ ਦਿੱਤੇ ਹੋਏ ਨੇ ਔਰ ਅਸੀਂ ਇਗਨੋਰ ਵੀ ਕਰ ਦਿੰਦੇ ਆਮ ਕਰਕੇ, ਤੇ ਬਹੁਤ ਜ਼ਿਆਦਾ ਤੇ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ।
ਪਰ ਉਹ ਰਾਗਾਂ ਦੀ ਜਿਹੜੀ ਖੁਸ਼ਬੂ ਹੈ ਜਾਂ ਰਾਗਾਂ ਦਾ ਜਿਹੜਾ ਵਿਸਥਾਰ ਹੈ ਉਹ ਸ਼ਬਦ ਦੇ ਵਿੱਚ ਵੀ ਪਿਆ ਹੁੰਦਾ। ਸ਼ਬਦ ਦਾ ਆਪਣਾ ਵਿਸਥਾਰ ਵੀ ਹੈ। ਹੁਣ ਜਦੋਂ ਅਸੀਂ ਸੰਗੀਤ ਵੱਲ ਨੂੰ ਅੱਗੇ ਵਿਕਾਸ ਕਰ ਰਹੇ ਹਾਂ ਤੇ ਮੇਰੇ ਵਰਗੇ ਜਿਹੜੇ ਗੁਰਮਤਿ ਸੰਗੀਤ ਦੇ ਸੇਵਕ ਨੇ ਤੇ ਗੁਰਮਤਿ ਸੰਗੀਤ ਦੇ ਜ਼ਰੀਏ ਹੀ ਅਸੀਂ ਵਿਕਾਸ ਕਰ ਰਹੇ ਹਾਂ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਪਰੰਪਰਾ ਦਿੱਤੀ ਹੈ। ਔਰ ਉਸੇ ਪ੍ਰਪੇਖ ਦੇ ਵਿੱਚ, ਕਿਉਂਕਿ ਨਿਰਸੰਦੇਹ ਭਾਰਤੀ ਸੰਗੀਤ ਸਿੱਖਿਆ, ਭਾਰਤੀ ਸੰਗੀਤ ਪੜ੍ਹਾਇਆ ਕਿੰਨੇ ਸਾਲ, 3.5 ਦਹਾਕੇ ਸਾਰਾ ਕੁਝ ਉਹਨਾਂ ਨਾਲ ਲੋਕਾਂ ਨਾਲ ਜੁੜੇ ਰਹੇ, ਭਾਰਤੀ ਸੰਗੀਤ ਦਾ ਸ਼ਾਸਤਰ ਪੜ੍ਹਿਆ, ਬੱਚਿਆਂ ਨੂੰ ਵੀ ਮਾਸਟਰ PhD ਦੇ ਲੈਵਲ ਤੇ ਪੜ੍ਹਾਇਆ। ਪਰ ਜੋ ਸੰਗੀਤ ਦੇ ਰਾਹੀਂ, ਗੁਰਮਤਿ ਸੰਗੀਤ ਦੇ ਰਾਹੀਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਆ ਰਹੀ ਹੈ, ਉਹ ਆਪਣੇ ਆਪ ਵਿੱਚ ਸਾਨੂੰ ਇਸ ਪਾਸੇ ਵੱਲ ਪ੍ਰੇਰ ਰਹੀ ਹੈ ਕਿ ਰਾਗ ਦਾ ਜਿਹੜਾ ਵਿਸਤਾਰ ਹੈ ਉਹ ਹਰ ਸ਼ਬਦ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਦਾ ਹੈ। ਬਿਲਕੁਲ। ਔਰ ਉਸ ਨੂੰ ਜਦੋਂ ਅਸੀਂ ਸਿੱਖਣ ਸਿਖਾਉਣ ਦੇ ਲੈਵਲ ਤੇ, ਰਿਆਜ਼ ਕਰਨ ਦੇ ਲੈਵਲ ਤੇ, ਸਾਧਨਾ ਦੇ ਪੱਧਰ ਦੇ ਉੱਤੇ ਜਦੋਂ ਅਸੀਂ ਉਹ 'ਚ ਵਿਚਰਦੇ ਹਾਂ, ਉਹਦੇ 'ਚ ਗੁਜ਼ਰਦੇ ਹਾਂ, ਬਾਰ-ਬਾਰ ਕੀਰਤਨ ਕਰਦੇ ਹਾਂ, ਤੇ ਫਿਰ ਸਤਿਗੁਰ ਮੇਰਾ ਨੀਤ ਨਵਾਂ ਵਾਲੀ ਗੱਲ ਹੁੰਦੀ ਹੈ। ਰੋਜ਼ ਹੀ ਤੁਹਾਨੂੰ ਉਹਦੇ ਵਿੱਚੋਂ ਨਵੀਆਂ ਪਰਤਾਂ, ਨਵੀਆਂ ਰਮਜ਼ਾਂ ਜਿਹੜੀਆਂ ਨੇ ਮਿਲਦੀਆਂ ਨੇ। ਔਰ ਜਿੱਥੇ ਸ਼ਬਦ ਦਾ ਵਿਸਤਾਰ ਤਾਂ ਸਾਨੂੰ ਉਹਦੇ ਵਿੱਚੋਂ ਮਿਲਦਾ, ਸ਼ਬਦ ਦਾ ਵਿਸਤਾਰ, ਸ਼ਬਦ ਦੇ ਭਾਵ ਦਾ ਵਿਸਤਾਰ ਮਿਲਦਾ, ਉੱਥੇ ਨਾਲ ਰਾਗ ਦਾ ਵਿਸਤਾਰ ਵੀ ਆਪ ਮੁਹਾਰੇ ਹੀ ਉਹਦੇ ਵਿੱਚ ਹੁੰਦਾ। ਔਰ ਸ਼ਬਦ ਦੇ ਵਿੱਚ ਤੁਸੀਂ ਵੇਖਦੇ ਹੋ ਕਿ ਵੱਖ-ਵੱਖ ਤੁਕਾਂ ਨੇ, ਸ਼ਬਦ ਦੇ ਵਿੱਚ ਵੱਖ-ਵੱਖ ਤੁਕਾਂ ਨੇ, ਉਸ ਤੋਂ ਬਾਅਦ ਅੰਕ ਲੱਗੇ ਹੋਏ ਨੇ। ਫਿਰ ਰਹਾਉ ਦਾ ਅੰਕ ਦੇ ਦਿੱਤਾ ਹੈ ਗੁਰੂ ਪਾਤਸ਼ਾਹ ਨੇ, ਫਿਰ ਇਹ ਦੱਸ ਦਿੱਤਾ ਕਿ ਇਹਦੇ 3 ਅੰਤਰੇ ਨੇ, ਇੱਕ ਇਹਦੀ ਸਥਾਈ ਹੈ, ਇਸ ਦੀ ਖਾਸ ਗਾਇਨ ਸ਼ੈਲੀ ਹੈ, ਉਹ ਖਾਸ ਗਾਇਨ ਸ਼ੈਲੀ ਪਦ ਗਾਇਨ ਸ਼ੈਲੀ ਹੈ, ਜਿਸ ਨੂੰ ਅਸੀਂ ਪਦ ਗਾਇਨ ਸ਼ੈਲੀ ਆਖਦੇ ਹਾਂ। ਧਰੁਪਦ ਸਾਡੀ ਗਾਇਕੀ ਹੈ, ਖਿਆਲ, ਧਰੁਪਦ, ਠੁਮਰੀ, ਇਹ ਸਾਡੀਆਂ ਅਲੱਗ-ਅਲੱਗ ਗਾਇਨ ਸ਼ੈਲੀਆਂ ਨੇ ਸ਼ਾਸਤਰੀ ਸੰਗੀਤ ਦੀਆਂ, ਜੋ ਭਾਰਤੀ ਸੰਗੀਤ ਵਿੱਚ ਨੇ। ਲੋਕ ਸੰਗੀਤ ਦੇ ਵਿੱਚ ਸਾਡੇ ਕੋਲ ਵਾਰ, ਛੰਤ, ਲਾਉਣੀਆਂ, ਘੋੜੀਆਂ ਨੇ, ਤੇ ਦੋਹਾਂ ਦਾ ਇੱਕ ਜਿਹੜਾ ਸੰਗਮ ਕੀਤਾ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ। ਉਸ ਪ੍ਰਸੰਗ ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਉਸ ਦਾ ਇੱਕ ਖਾਸ ਸਟਰਕਚਰ ਮਿੱਥ ਕੇ ਉਹਨੂੰ ਇੱਕ ਗਾਇਨ ਸ਼ੈਲੀ ਤੇ ਕਾਵ ਰੂਪ ਦੇ ਵਿੱਚ ਸਾਡੇ ਸਨਮੁਖ ਰੱਖ ਰਹੇ ਨੇ, ਤਾਂ ਉਹਨਾਂ ਦੇ ਇਨ ਬਿਟਵੀਨ, ਜਿਹਨੂੰ ਬਿਟਵੀਨ ਦਾ ਲਾਈਨਸ ਕਹਿੰਦੇ ਨੇ, ਉਹ ਗੱਲਾਂ ਨੂੰ ਸਮਝਣ ਦੇ ਵੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਜਦੋਂ ਦੋ ਕੁਝ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਉਂਦੇ ਨੇ ਤੇ ਕੁਝ ਸ਼ਬਦਾਂ ਨੂੰ ਜੋੜ ਕੇ ਉਹ ਪੋਇਟਰੀ ਦੇ ਵਿੱਚ ਉਸ ਦੀ ਕਾਵ ਰਚਨਾ ਕਰਦੇ ਨੇ, ਤੇ ਫਿਰ ਕਾਵ ਰਚਨਾ ਬਾਣੀ ਕਿਵੇਂ ਬਣਦੀ ਹੈ? ਉਹ ਬਾਣੀ ਤਾਂ ਬਣਦੀ ਹੈ ਜਦੋਂ ਉਹਦੇ ਵਿੱਚ ਰਾਗ ਪੈ ਜਾਂਦਾ ਹੈ, ਜਦੋਂ ਉਹਦੇ ਵਿੱਚ ਗੁਰੂ ਪਾਤਸ਼ਾਹ ਦੀ ਫਿਲਾਸਫੀ ਪੈ ਜਾਂਦੀ ਹੈ। ਤੇ ਜਦੋਂ ਗੁਰੂ ਪਾਤਸ਼ਾਹ ਉਹ ਦੀ ਇਹ ਬਾਣੀ ਜਦੋਂ ਧੁਰਕੀ ਬਾਣੀ ਹੋ ਕੇ ਉਤਰਦੀ ਹੈ, ਜਦੋਂ ਖਸਮ ਕੀ ਬਾਣੀ ਹੋ ਕੇ ਉਤਰਦੀ ਹੈ, ਜਦੋਂ ਇਲਾਹੀ ਬਾਣੀ ਹੋ ਕੇ ਉਤਰਦੀ ਹੈ, ਤੇ ਜਦੋਂ ਉਹ ਆਉਂਦੀ ਹੈ, ਉਹਦੀ ਆਮਦ ਤੋਂ ਬਾਅਦ ਫਿਰ ਉਸ ਨੂੰ ਅਸੀਂ ਦੁਬਾਰਾ ਬਾਰ-ਬਾਰ ਕੀਰਤਨ ਕਰਕੇ ਫਿਰ ਜਗਾਉਂਦੇ ਹਾਂ, ਫਿਰ ਉਸ ਦੇ ਨਾਲ ਜੁੜਦੇ ਹਾਂ, ਫਿਰ ਉਸ ਦੇ ਨਾਲ ਸਾਡੀ ਕਨੈਕਟੀਵਿਟੀ ਹੁੰਦੀ ਹੈ। ਫਿਰ ਸਾਨੂੰ ਜੋ ਉਹਦੇ ਅਰਥ ਸਮਝ ਆਉਂਦੇ ਨੇ, ਰੋਜ਼ ਨਵੇਂ ਅਰਥ ਸਮਝ ਆਉਂਦੇ ਨੇ, ਰੋਜ਼ ਅਸੀਂ ਇੱਕ ਨਵੀਂ ਦੁਨੀਆ ਦੇ ਵਿੱਚ, ਸ਼ਬਦ ਦੀ ਦੁਨੀਆ ਦੇ ਵਿੱਚ ਫਿਰ ਸਾਨੂੰ ਨਵੇਂ ਰਸਤੇ, ਮਾਰਗ ਗੁਰੂ ਸਾਹਿਬ ਸਾਡੇ ਪਥ ਪ੍ਰਦਰਸ਼ਨ ਕਰਦੇ ਨੇ। ਉਸ ਨੂੰ ਸਮਝਣ ਦੀ ਸਾਨੂੰ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰਤ ਹੈ, ਨਾ ਕਿ ਗੁਰਬਾਣੀ ਨੂੰ ਕੇਵਲ ਕਾਵਿ ਜਾਂ ਗੀਤ ਦੇ ਪੱਧਰ ਉੱਤੇ ਗਾਇਨ ਕਰਕੇ। ਤਾਂ ਕੀਰਤਨੀਆਂ ਦੇ ਲਈ ਵੀ ਮੈਂ ਜ਼ਰੂਰ ਕਹਾਂਗਾ ਕਿ ਜੇ ਅਸੀਂ ਗੁਰੂ ਪਾਤਸ਼ਾਹ ਦੇ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਤੇ ਉਹਨਾਂ ਦੇ ਵਿੱਚ ਸਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਤੇ ਨਿਰੰਤਰਤਾ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਤੋਂ ਅੱਗੇ ਸਾਡੇ ਕੋਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਬਾਣੀ ਆ ਰਹੀ ਹੈ, ਉਹ ਸਾਰੇ ਸੰਤਾਂ ਭਗਤਾਂ ਤੇ ਸਾਰੇ ਪੂਰਵਲੇ ਗੁਰੂ ਸਾਹਿਬਾਨ ਦੀ ਬਾਣੀ ਦਾ ਇੱਕ ਜਿਹੜਾ ਹੈ, ਮੈਂ ਤੇ ਕਹਾਂਗਾ ਕਿ ਉਹ ਸਾਰੇ ਮੰਥਨ ਕਰਕੇ ਖਾਸ ਕਿਸਮ ਦੀ ਖੁਸ਼ਬੂ ਵਾਲੀ ਨਿਖਰ ਕੇ ਤੇ ਵਿਕਸਿਤ ਹੋ ਕੇ ਸਾਡੇ ਕੋਲ ਆ ਰਹੀ ਹੈ। ਉਸ ਨੂੰ ਜ਼ਰੂਰ ਗਾਓ ਇਸ ਸਮੇਂ ਦੇ ਉੱਤੇ, ਜਿੰਨਾ ਅਸੀਂ ਉਹਨੂੰ ਰਾਗਾਂ ਦੇ ਵਿੱਚ ਗਾਵਾਂਗੇ। ਰਾਗ ਬੜੇ ਸਹਿਜ ਨੇ, ਰਾਗ ਇਹ ਸਾਰੇ ਸਥਾਪਿਤ ਰਾਗ ਨੇ ਜਿਹੜੇ ਆਮ ਗਾਏ ਜਾ ਸਕਦੇ ਨੇ, ਔਰ ਉਹ ਬਾਣੀ ਨੂੰ ਕੰਪੋਜ਼ ਕਰਨਾ, ਉਹਨੂੰ ਸੰਗੀਤਬੱਧ ਕਰਨਾ ਵੀ ਬੜਾ ਆਸਾਨ ਹੈ। ਤਾਂ ਮੈਂ ਗੱਲ ਕਰ ਰਿਹਾ ਸੀ ਕਿ ਗੁਰੂ ਪਾਤਸ਼ਾਹ ਅਗਰ ਉਸ ਨੂੰ ਖਾਸ ਕਾਵ ਸ਼ੈਲੀ ਵਿੱਚ ਜੇ ਬਣ ਰਹੇ ਨੇ, ਤੇ ਖਾਸ ਗਾਇਨ ਸ਼ੈਲੀ ਵਿੱਚ ਵੀ ਉਸ ਨੂੰ ਨਿਬੱਧ ਕਰਕੇ ਸਾਨੂੰ ਦੇ ਰਹੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ। ਤਾਂ ਉਹਨਾਂ ਨੇ ਜਿਹੜੀ ਪਰੰਪਰਾ ਸੀਗੀ ਧਰੁਪਦ ਦੀ ਪਰੰਪਰਾ, ਗਾਇਨ ਰੂਪ ਦੇ ਵਿੱਚ ਪਦ ਗਾਇਨ ਦੀ ਪਰੰਪਰਾ, ਭਾਰਤੀ ਸੰਗੀਤ ਵਿੱਚ ਜਾਂ ਭਾਰਤੀ ਕਾਵ ਦੇ ਵਿੱਚ ਜਾਂ ਸੰਤਾਂ ਮਹਾਂਪੁਰਖਾਂ ਨੇ ਭਗਤੀ ਸੰਗੀਤ ਜਿਹੜਾ ਉਹਨਾਂ ਦਾ ਹੈ, ਉਹਦੇ ਵਿੱਚ ਵੀ ਪਦ ਰਚਨਾਵਾਂ ਬਹੁਤ ਸਾਰੀਆਂ ਨੇ। ਔਰ ਉਹਦਾ ਗਾਇਨ ਦੀ ਇੱਕ ਵੱਡੀ ਪਰੰਪਰਾ ਜਿਹੜੀ ਹੈ ਸਾਡੇ ਕੋਲ ਰਹੀ ਹੈ, ਉਹ ਚਾਹੇ ਉਹ ਜੈਦੇਵ ਤੋਂ ਸ਼ੁਰੂ ਹੋ ਜਾਂਦੀ 12ਵੀਂ ਸਦੀ ਤੋਂ, ਅਸ਼ਟਪਦੀ ਦੇ ਗਾਇਨ ਤੋਂ, ਗੀਤ ਗੋਬਿੰਦ ਤੋਂ, ਤੇ ਹੁਣ ਤੱਕ ਚੱਲਦੀ ਆਉਂਦੀ ਹੈ। ਔਰ ਉਹ ਪਰੰਪਰਾ ਨੂੰ ਗੁਰੂ ਪਾਤਸ਼ਾਹ ਨੇ ਬੜੇ ਸਲੀਕੇ ਦੇ ਨਾਲ ਵਿਕਸਿਤ ਕਰਕੇ ਸਾਡੇ ਸਾਹਮਣੇ ਨਿਖਾਰ ਕੇ ਪੇਸ਼ ਕਰ ਦਿੱਤਾ ਹੈ। ਔਰ ਉਸ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ, ਉਹਦੇ ਨਾਲ ਜੁੜਨ ਦੀ
ਜ਼ਰੂਰਤ ਹੈ। ਔਰ ਇਸ ਪ੍ਰਸੰਗ ਦੇ ਵਿੱਚ ਇਹਨਾਂ ਰਚਨਾਵਾਂ ਨੂੰ ਅਗਰ ਉਹ ਪਦ ਗਾਇਨ ਸ਼ੈਲੀ ਨੂੰ ਗਾਉਂਦੇ ਨੇ, ਧਰੁਪਦ ਅੰਗ ਤੋਂ ਗਾਉਂਦੇ ਨੇ, ਤੇ ਨਾਲ ਫਿਰ ਉਹ ਸਾਡੇ ਉਹੋ ਜਿਹੇ ਇੰਸਟਰੂਮੈਂਟ ਵੀ ਸਾਨੂੰ ਦਿੰਦੇ ਨੇ। ਮੈਨੂੰ ਇੰਝ ਲੱਗਦਾ ਕਿ ਆਪਾਂ ਇੰਸਟਰੂਮੈਂਟਲ ਦੀ ਗੱਲ ਤੇ ਕਰਨੀ ਹੀ ਆ। ਜਦੋਂ ਆਪਾਂ ਕਹਿੰਦੇ ਹਾਂ ਕਿ ਪਾਤਸ਼ਾਹ ਨੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜੋੜਿਆ ਅਤੇ ਯਾਤਰਾਵਾਂ ਦਾ ਵੀ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਨਾਲੋਂ ਨਾਲ ਮਹਿਸੂਸ ਕੀਤਾ, ਉਹ ਇੱਕ ਵੱਖਰੇ ਕਲਚਰ ਨੂੰ ਮਿਲ ਰਹੇ ਨੇ, ਲੋਕਾਂ ਨੂੰ ਮਿਲ ਰਹੇ ਨੇ, ਜ਼ੁਬਾਨ ਨੂੰ ਮਿਲ ਰਹੇ ਨੇ। ਅਤੇ ਪਾਤਸ਼ਾਹ ਦੀ ਜਿਸ ਤਰ੍ਹਾਂ ਦੀ ਜ਼ਿੰਦਗੀ ਰਹੀ ਉਸੇ ਤਰ੍ਹਾਂ ਦਾ ਇੰਝ ਲੱਗਦਾ ਹੁੰਦਾ ਕਿ ਉਹਨਾਂ ਨੇ ਉਸੇ ਦਾ ਵਿਸਥਾਰ ਵੀ ਸਾਨੂੰ ਸਮਝਾਇਆ ਕਿ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਤਲਵਾਰ ਚੁੱਕਦੇ ਨੇ ਤਾਂ ਤੇਗਮਲ ਤੋਂ ਗੁਰੂ ਤੇਗ ਬਹਾਦਰ ਹੋ ਜਾਂਦੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹਨਾਂ ਨੂੰ ਇਹ ਨਾਮ ਦਿੱਤਾ। ਫਿਰ ਉਹ ਇੱਕ ਸਿਖਰ ਦਾ ਇਕਾਂਤ ਵੀ ਹਟਾਉਂਦੇ ਨੇ ਬਾਬਾ ਬਕਾਲਾ ਦੇ ਵਿੱਚ। ਅਤੇ ਬਹੁਤ ਸਾਰੇ ਇਹ ਵੀ ਮੰਨਦੇ ਕਿ ਉਹ ਇਕਾਂਤ ਇੱਕ ਵੱਖਰੀ ਤਰ੍ਹਾਂ ਦਾ ਸੀ। ਉਹ ਇਕਾਂਤ ਜੋਗੀਆਂ ਵਾਲਾ ਨਹੀਂ ਸੀ। ਉਹ ਇਕਾਂਤ ਦੇ ਵਿੱਚ ਉਹ ਨਾਲ ਨਾਲ ਕੋਈ ਸਿਰਜਰ ਵੀ ਰਹੇ ਸਨ। ਉੱਥੇ ਇੱਕ ਵੱਖਰੀ ਤਰ੍ਹਾਂ ਦੀ ਟਕਸਾਲ ਘੜੀ ਜਾ ਰਹੀ ਸੀ। ਫਿਰ ਉਹ ਇਕਾਂਤ ਤੋਂ ਬਾਅਦ ਇੱਕ ਸਿਖਰ ਦੀ ਯਾਤਰਾ ਵੀ ਸ਼ੁਰੂ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸੇ ਤਰ੍ਹਾਂ ਦੀਆਂ ਲੰਮੀਆਂ ਯਾਤਰਾਵਾਂ ਕੀਤੀਆਂ। ਅਤੇ ਬੜੀ ਪਿਆਰੀ ਗੱਲ ਆਉਂਦੀ ਹੈ ਕਿ ਜਿਵੇਂ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦੇ ਜਿਹੜੇ ਸਿੱਖ ਮਿਲੇ, ਉਹਨਾਂ ਦੇ ਅੱਗੋਂ ਪੁੱਤ ਪੋਤਰੇ ਜਦੋਂ ਦੁਬਾਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮਿਲੇ ਤਾਂ ਉਹਨਾਂ ਨੂੰ ਇੱਕ ਵੱਖਰਾ ਸ਼ਖਸ ਦੇ ਤੌਰ 'ਤੇ ਨਹੀਂ ਕਿਹਾ। ਉਹਨਾਂ ਕਿਹਾ ਪਾਤਸ਼ਾਹ ਇੰਨਾ ਸਮਾਂ ਲਾ ਦਿੱਤਾ ਜੀ ਜੀ ਜੀ। ਅਤੇ ਇੱਕ ਸਮਝ ਆਉਂਦਾ ਕਿ ਇੱਕ ਜੋਤ ਹੈ। ਹਾਂਜੀ, ਇੱਕ ਜੋਤ ਹੈ। ਮੈਂ ਇਸ ਨੂੰ ਹੋਰ ਪਰਪੇਖ ਵਿੱਚ ਵੀ ਵੇਖਦਾ ਜੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ 4 ਉਦਾਸੀਆਂ ਕੀਤੀਆਂ ਨੇ, ਬਹੁਤ ਸਾਰੇ ਉਹਨਾਂ ਦੇ ਸਿੱਖ ਬਣੇ, ਤਾਂ ਸਿੱਖਾਂ ਦਾ ਸਮੂਹ ਫਿਰ ਸੰਗਤ ਬਣੀ ਜੀ। ਤਾਂ ਗੁਰੂ ਪਾਤਸ਼ਾਹ ਜਿਹੜੇ ਫਿਰ ਜੇ ਮੰਜੀਆਂ ਦੀ ਆਪਾਂ ਗੱਲ ਕਰਦੇ ਹਾਂ ਤੇ ਅੱਗੇ ਗੱਲ ਆਪਾਂ ਉਸ ਨੂੰ ਅੱਗੇ ਵਧਾਈਏ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਸੰਗਤ ਦਾ ਇਕੱਤਰੀਕਰਨ ਕੀਤਾ ਜੀ। ਉਹਨਾਂ ਸੰਗਤਾਂ ਨੂੰ ਜਿਹੜੇ ਸਿੱਖਾਂ ਦਾ ਸਮੂਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੇ ਬਣੇ ਸੀ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਅਨੁਯਾਈ ਬਣੇ ਸੀ, ਫਾਲੋਅਰ ਬਣੇ ਸੀ, ਉਹਨਾਂ ਨੂੰ ਇਕੱਠਾ ਕਰਨ ਦਾ ਇਹ ਕੋਈ ਵੈਸੇ ਹੀ ਇਹ ਸੁਚੇਤ ਪੱਧਰ ਉੱਤੇ ਕੀਤਾ ਗਿਆ ਕਾਰਜ। ਬਿਲਕੁਲ ਗੁਰੂ ਨਾਨਕ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸੋਚ ਦਾ, ਕਿਉਂਕਿ ਇਸ ਪਾਸੇ ਨੂੰ ਵਿਸਥਾਰ ਇੱਕ ਕਿਸਮ ਦਾ ਜਿਹੜਾ ਸੀ ਹੋ ਚੁੱਕਾ ਸੀ ਜੀ। ਔਰ ਇਸ ਪਾਸੇ ਨੂੰ ਵਿਸਥਾਰ ਦੀਆਂ ਸੰਭਾਵਨਾਵਾਂ ਜਿਵੇਂ ਇਤਿਹਾਸਕ ਤੌਰ 'ਤੇ ਕਹਿ ਲਓ ਜਾਂ ਪ੍ਰਸਥਿਤੀਆਂ ਕਹਿ ਲਓ, ਉਧਰ ਨੂੰ ਨਹੀਂ ਸੀ। ਤਾਂ ਗੁਰੂ ਪਾਤਸ਼ਾਹ ਨੇ ਜਿਹੜੀਆਂ ਇੱਧਰ ਸੰਗਤਾਂ ਸੀ ਉਹਨਾਂ ਨੂੰ ਇਕੱਤਰ ਕਰਨ ਵਾਲੇ ਪਾਸੇ ਆਪਣਾ ਜਿਹੜਾ ਹੈ ਸਮਾਂ ਲਾਇਆ। ਔਰ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਜਿਹੜੀਆਂ ਉਦਾਸੀਆਂ ਦੀ ਤੁਸੀਂ ਗੱਲ ਕਰਦੇ ਹੋ, ਤੇ ਉਦਾਸੀਆਂ ਤੋਂ ਬਾਅਦ ਸਭ ਤੋਂ ਜ਼ਿਆਦਾ ਰਟਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਹੈ। ਉਹਨਾਂ ਸੰਗਤਾਂ ਨੂੰ ਇਕੱਠੀਆਂ ਕਰਕੇ ਉਹ ਇੱਕ ਕਿਸਮ ਦੀ ਪ੍ਰੈਪਰੇਸ਼ਨ ਲੱਗ ਰਹੀ ਹੈ ਕਿ ਅੱਗੇ ਖਾਲਸੇ ਦੀ ਸਾਜਨਾ ਹੋਣੀ ਹੈ। ਤੇ ਉਸ ਵੀ ਕੰਟੀਨਿਊਟੀ ਦੇ ਵਿੱਚ ਆਪਾਂ ਇਸ ਗੱਲ ਨੂੰ ਵੇਖ ਸਕਦੇ ਹਾਂ ਕਿ ਉਹ ਸਾਰੇ ਸਿੱਖਾਂ ਨੂੰ ਗੁਰੂ ਪਾਤਸ਼ਾਹ ਨੇ ਪਹਿਲਾਂ ਕਿ ਆਉਣ ਵਾਲੇ ਸਮੇਂ 'ਚ ਇਸ ਦੀ ਜ਼ਰੂਰਤ ਪੈਣੀ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਵਿੱਚ ਫਿਰ ਅਸੀਂ ਵੇਖਦੇ ਹਾਂ ਥੋੜ੍ਹਾ ਹੋਰ ਠਹਿਰਾ ਆ ਜਾਂਦਾ। ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਅਨੰਦਪੁਰੀ ਵਸਾ ਰਹੇ ਨੇ ਤੇ ਉਹਨਾਂ ਨੂੰ ਆਭਾਸ ਹੈ ਕਿ ਸਾਡਾ ਇੱਥੇ ਬੈਠਣਾ ਵੀ ਨਾਗਵਾਰ ਗੁਜ਼ਰਨਾ ਹੈ ਜੀ। ਜੋ ਅਸੀਂ ਕੰਮ ਕਰ ਰਹੇ ਹਾਂ, ਜਿਸ ਕਿਸਮ ਦੀ ਸਾਡੀ ਸੋਚ ਹੈ, ਜਿਸ ਕਿਸਮ ਦਾ ਉਹ ਮੁਗਲ ਸਾਮਰਾਜ ਨੂੰ ਕਦੇ ਵੀ ਪਸੰਦ ਨਹੀਂ ਆਉਣਾ। ਔਰ ਉਹਨਾਂ ਨੇ ਆਪਣੀਆਂ ਸੰਗਤਾਂ ਨੂੰ ਉਹਨਾਂ ਕੋਲ ਜਾ ਕੇ ਉਹਨਾਂ ਦੇ ਨਾਲ ਇੱਕ ਖਾਸ ਕਿਸਮ ਦਾ ਸੰਪਰਕ ਸਥਾਪਿਤ ਕੀਤਾ। ਉਹਨਾਂ ਦੇ ਨਾਲ ਉਹੀ ਸਾਰਾ ਜਿਹੜਾ ਕਲਚਰ ਹੈ, ਗੁਰੂ ਨਾਨਕ ਦਾ ਜਿਹੜਾ ਕਲਚਰ ਹੈ, ਉਸ ਨੂੰ ਰਿਵਾਈਵ ਕੀਤਾ, ਐਨਰਜਾਈਜ਼ ਕੀਤਾ, ਰੀਫਰੈਸ਼ ਕੀਤਾ ਜੀ। ਔਰ ਇੱਕ ਨਵੇਂ ਸਿਰੇ ਤੋਂ ਜਿਹੜੀ ਕਨੈਕਟੀਵਿਟੀ ਉਹਨਾਂ ਨਾਲ ਬਣਾ ਕੇ ਸਾਡੇ ਸਾਹਮਣੇ ਇੱਕ ਨਵਾਂ ਪ੍ਰਪੇਖ ਰੱਖਿਆ ਜਿਹੜਾ ਖਾਲਸੇ ਦੀ ਸਾਜਨਾ ਦੇ ਪ੍ਰਸੰਗ ਤੱਕ ਜਾਂਦਾ ਹੈ। ਮੈਂ ਇਹ ਚਾਹੁੰਦਾ ਸੀ ਕਿ ਆਪਾਂ ਸਾਜ਼ ਦੀ ਗੱਲ ਕਰਨ ਤੋਂ ਪਹਿਲਾਂ ਇਹ ਮੇਰੇ ਜ਼ਿਹਨ ਦੇ ਵਿੱਚ ਘੁੰਮ ਰਿਹਾ ਸੀ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਭਾਈ ਮਰਦਾਨਾ ਨੇ, ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਸੱਤਾ ਬਲਵੰਡ ਨੇ, ਇਸੇ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਵੀ ਕੀਰਤਨੀਏ ਹੋਏ ਤੇ ਉਹਨਾਂ ਦੀਆਂ ਕਹਾਣੀਆਂ ਬਹੁਤ ਖੂਬਸੂਰਤ ਹੈ। ਮੈਂ ਚਾਹਾਂਗਾ ਕਿ ਸਾਡੇ ਦਰਸ਼ਕਾਂ ਨਾਲ ਉਹ ਕਹਾਣੀਆਂ ਹਾਂਜੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜਿਹੜੇ ਸਿੱਖ ਸੀ, ਸਿੱਖਾਂ ਦੇ ਕੋਲ ਹੋਰ ਕੁਝ ਨਹੀਂ ਸੀ ਸਿਵਾਏ ਬਾਣੀ ਤੋਂ। ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਬਾਣੀ ਦਿੱਤੀ ਸੀ ਔਰ ਬਾਣੀ ਦਾ ਹੀ ਉਹ ਕੀਰਤਨ ਕਰਦੇ ਸੀ, ਬਾਣੀ ਦਾ ਹੀ ਪ੍ਰਕਾਸ਼ ਹੁੰਦਾ ਸੀ। ਬਾਣੀ ਦਾ ਪ੍ਰਕਾਸ਼ ਕੀਰਤਨ ਰਾਹੀਂ ਹੁੰਦਾ ਜੀ। ਬਾਣੀ ਦਾ ਪ੍ਰਕਾਸ਼ ਉਹ ਕੀਰਤਨ ਰਾਹੀਂ ਕਰਦੇ ਸੀ, ਬਾਣੀ ਦਾ ਗਾਇਨ ਕਰਦੇ ਸੀ, ਬਾਣੀ ਦਾ ਪਾਠ ਕਰਦੇ ਸੀ। ਔਰ ਬਾਣੀ ਦਾ ਪਾਠ ਬੜੇ ਪ੍ਰੇਮ ਤੇ ਸੰਗੀਤ ਦੇ ਨਾਲ ਕਰਨ ਵਾਲੇ ਜਿਹੜੇ ਕੀਰਤਨੀਏ ਸੀ ਉਹ ਵੀ ਸੀ। ਉਹਨਾਂ ਦੇ ਸਮੇਂ ਦੇ ਇੱਕ ਭਾਈ ਬਲਾਕੀ ਦਾਸ ਬੜੇ ਕੀਰਤਨੀਏ ਹੋਏ ਨੇ। ਉਹਨਾਂ ਦਾ ਇੱਕ ਰੈਫਰੈਂਸ ਮੈਂ ਪੜ੍ਹ ਰਿਹਾ ਸੀ ਜੀ ਕਿ
ਇਹ ਢਾਕੇ ਦੇ ਵਿੱਚ, ਢਾਕੇ ਦੇ ਸੀ ਭਾਈ ਬਲਾਕੀ ਦਾਸ। ਸਭ ਇਕੱਤਰ ਕਰ ਸੰਗਤ ਰਾਸ, ਆਗੇ ਹੋਏ ਬਲਾਕੀ ਦਾਸ। ਗਾਵਤ ਸ਼ਬਦ ਪ੍ਰੇਮ ਸੰਗ ਰਾਤੇ। ਜੀ ਗਾਵਤ ਸ਼ਬਦ, ਬਲਾਕੀ ਦਾਸ ਜੀ ਦੀ ਸਿਫਤ ਹੋ ਰਹੀ ਹੈ ਕਿ ਬਲਾਕੀ ਦਾਸ ਜੀ ਪ੍ਰੇਮ ਦੇ ਨਾਲ ਸ਼ਬਦ ਦੇ ਰੰਗ ਵਿੱਚ ਰੰਗ ਕੇ ਕੀਰਤਨ ਕਰਦੇ ਸੀ। ਲੋਚਨ ਤੇ ਜਲ ਬੂੰਦਨ ਜਾਤੇ। ਤੇ ਜਦੋਂ ਕੀਰਤਨ ਕਰਦੇ ਸੀ ਤਾਂ ਉਹਨਾਂ ਦੇ ਲੋਚਨ, ਉਹਨਾਂ ਦੀਆਂ ਨੇਤਰਾਂ ਦੇ ਵਿੱਚੋਂ ਜਿਹੜੇ ਅਥਰੂ ਸੀ ਉਹ ਵਹਿ ਤੁਰਦੇ ਸੀ। ਹੁਣ ਤੁਸੀਂ ਆਪ ਵੇਖੋ ਕਿ ਉਹਨਾਂ ਦੀ ਅਵਸਥਾ ਕੀ ਹੋਏਗੀ, ਉਹ ਕਿੰਨੇ ਪ੍ਰੇਮ ਦੇ ਨਾਲ ਕੀਰਤਨ ਕਰਦੇ ਹੋਣਗੇ। ਐਸੇ ਕੀਰਤਨੀਏ ਦੇ ਨਾਲ ਗੁਰੂ ਪਾਤਸ਼ਾਹ ਜਾ ਕੇ ਜੁੜਦੇ ਨੇ। ਔਰ ਉਹ ਬਲਾਕੀ ਦਾਸ ਕੋਈ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਬਣਨ ਵਾਲੇ ਕੇਵਲ ਸਿੱਖ ਨਹੀਂ, ਉਹ ਵੀ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੇ ਗੁਰੂ ਨਾਨਕ ਸਾਹਿਬ ਦੇ ਫਾਲੋਅਰ ਨੇ। ਔਰ ਉਸੇ ਸੰਗਤ ਨੂੰ ਦੇ ਵਿੱਚ ਉਹ ਕੀਰਤਨ ਦੀ ਸੇਵਾ ਜਿਹੜੀ ਹੈ ਪ੍ਰੇਮ ਨਾਲ ਨਿਭਾ ਰਹੇ ਨੇ। ਔਰ ਇੰਨੇ ਪ੍ਰੇਮ ਨਾਲ ਨਿਭਾ ਰਹੇ ਨੇ, ਇੰਨੇ ਰਸ ਵਿਭੋਰ ਹੋ ਕੇ ਨਿਭਾ ਰਹੇ ਨੇ ਕਿ ਜਦੋਂ ਵੀ ਉਹ ਕੀਰਤਨ ਕਰਦੇ ਸੀ, ਗਾਵਤ ਸ਼ਬਦ ਪ੍ਰੇਮ ਸੰਗ ਰਾਤੇ, ਲੋਚਨ ਤੇ ਜਲ ਬੂੰਦਨ ਜਾਤੇ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਾਨੂੰ ਜਿਹੜੀ ਹੈ ਰੈਫਰੈਂਸ ਸਾਨੂੰ ਮਿਲਦਾ ਹੈ ਕਿ ਉਸ ਦੇ ਕੀਰਤਨੀਏ ਕੈਸੇ ਸੀ ਔਰ ਗੁਰੂ ਤੇਗ ਬਹਾਦਰ ਦੇ ਕਾਲ ਦੇ, ਔਰ ਉਹ ਕਿਸ ਤਰ੍ਹਾਂ ਕੀਰਤਨ ਕਿੰਨੇ ਪ੍ਰੇਮ ਨਾਲ ਕਰਦੇ ਸੀ। ਇਸੇ ਤਰ੍ਹਾਂ ਦੇ ਹੀ ਭਾਈ ਗੁਰਬਖਸ਼ ਜੀ ਦਾ ਜ਼ਿਕਰ ਆਉਂਦਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਉਹ ਕਾਸ਼ੀ ਜਦੋਂ ਗੁਰੂ ਪਾਤਸ਼ਾਹ ਜਾਂਦੇ ਨੇ ਤੇ ਉੱਥੇ ਮਿਲਣ ਆਉਂਦੀ ਹੈ ਜੌਨਪੁਰ ਦੀ ਕਾਸ਼ੀ ਜੋ ਅੱਜ ਦੀ ਵਾਰਾਣਸੀ। ਹਾਂਜੀ ਹਾਂਜੀ। ਤੋ ਇੱਕ ਭਾਈ ਗੁਰਬਖਸ਼ ਹੁਲਾਸੀ, ਇੱਕ ਭਾਈ ਗੁਰਬਖਸ਼ ਹੁਲਾਸੀ ਸੰਗਤ ਸੰਗ ਜਵਨਪੁਰ ਵਾਸੀ। ਉਹ ਜਵਨਪੁਰ ਦਾ, ਜੌਨਪੁਰ ਦਾ ਵਾਸੀ ਸੀ। ਪ੍ਰੇਮੀ ਮਹਾਭਜਨ ਕੋ ਸਰਤਾ, ਹਿਰਦੇ ਧਿਆਨ ਸਤਿਗੁਰ ਕੇ ਧਰਤਾ। ਤਬ ਕਰ, ਇਹ ਉਸ ਦੀ ਇੰਟਰੋਡਕਸ਼ਨ ਹੈ ਭਾਈ ਗੁਰਬਖਸ਼ ਦੀ। ਔਰ ਉਸ ਨੂੰ ਭਾਈ ਗੁਰਬਖਸ਼ ਜੌਨਪੁਰ ਦੀਆਂ ਸੰਗਤਾਂ ਨੇ ਸਤਿਗੁਰੂ ਮਹਾਰਾਜ ਨੂੰ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਤੁਸੀਂ ਆ ਕੇ ਜੌਨਪੁਰ ਸਾਨੂੰ ਦਰਸ਼ਨ ਦਿਓ। ਜੌਨਪੁਰ ਆਏ। ਜੌਨਪੁਰ ਆ ਕੇ ਉਹਨਾਂ ਨੇ ਭਾਈ ਗੁਰਬਖਸ਼ ਦੇ ਕੀਰਤਨ ਤੋਂ ਪ੍ਰਸੰਨ ਹੋ ਕੇ ਮਿਰਦੰਗ ਜਿਹੜੀ ਹੈ ਉਹ ਭੇਟ ਕੀਤੀ। ਔਰ ਉੱਥੇ ਗੁਰਦੁਆਰਾ ਮਿਰਦੰਗ ਵਾਲੀ ਸੰਗਤ ਕਰਕੇ, ਜਾਂ ਉਸ ਸੰਗਤ ਦਾ ਨਾਮ ਹੀ ਉਹ ਸਾਜ਼ ਕਰਕੇ ਪਿਆ ਕਿ ਇਹ ਸੰਗਤ ਜਿਹੜੀ ਹੈ ਮਿਰਦੰਗ ਵਾਲੀ ਸੰਗਤ ਹੈ, ਜਿਸ ਨੂੰ ਗੁਰੂ ਪਾਤਸ਼ਾਹ ਨੇ ਮਿਰਦੰਗ ਬਖਸ਼ਿਸ਼ ਕੀਤਾ। ਔਰ ਮਿਰਦੰਗ ਦੇ ਨਾਲ ਇੱਕ ਵੱਡੀ ਤਾਲ ਪਰੰਪਰਾ ਜਿਹੜੀ ਸਥਾਪਿਤ ਹੁੰਦੀ, ਜਿਹਦੇ ਬਾਰੇ ਆਪਾਂ ਹੁਣ ਗੱਲ ਬਾਅਦ 'ਚ ਕਰਦੇ ਹਾਂ। ਉਹ ਭਾਈ ਗੁਰਬਖਸ਼ ਦੀ ਇੱਕ ਇਹ ਪ੍ਰੀਚਾ ਬਣ ਗਿਆ, ਉਹਨਾਂ ਦੀ ਇੰਟਰੋਡਕਸ਼ਨ ਬਣ ਗਈ ਕਿ ਉਹ ਜੌਨਪੁਰ ਦਾ ਵਾਸੀ ਹੈ ਤੇ ਭਾਈ ਗੁਰਬਖਸ਼ ਹੈ। ਤੇ ਮਿਰਦੰਗ ਵਾਲੀ ਸੰਗਤ, ਉਸ ਸੰਗਤ ਦਾ ਨਾਮ ਪੈ ਗਿਆ ਉੱਥੇ ਗੁਰੂ ਘਰ ਵੀ ਮਿਰਦੰਗ ਵਾਲੀ ਸੰਗਤ ਜਾਂ ਸੰਗਤ ਮਿਰਦੰਗਾ ਵਾਲੀ। ਮਹਾਨ ਕੋਸ਼ ਵਿੱਚ ਵੀ ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਇਸ ਦਾ ਰੈਫਰੈਂਸ ਬੜੇ ਪਿਆਰ ਦੇ ਨਾਲ ਦਿੱਤਾ। ਔਰ ਇੱਕ ਰੈਫਰੈਂਸ ਜਿਹੜਾ ਹੈ ਸਾਨੂੰ ਬੜਾ ਹੁਲਾਸ ਦਿੰਦਾ ਕਿ ਗੁਰੂ ਪਾਤਸ਼ਾਹ, ਜਿਵੇਂ ਤੁਸੀਂ ਪਹਿਲਾਂ ਆਪਣੇ ਬਚਨਾਂ ਵਿੱਚ ਆਖਿਆ ਸੀ ਕਿ ਉਹ ਵਰ ਦਿੰਦੇ ਸੀ ਜੀ, ਕਿਹੜਾ ਸੀ ਇਹ? ਤੁਸੀਂ ਪਿਲਖਣੀ ਵਾਲੀ ਗੱਲ ਕਰ ਰਹੇ ਸੀ, ਰੱਜੋ ਪੁੱਜੋ ਫੁੱਲੋ ਫੁੱਲੋ। ਰੱਜੋ ਪੁੱਜੋ ਫੁੱਲੋ ਫੁੱਲੋ। ਤਾਂ ਗੁਰੂ ਪਾਤਸ਼ਾਹ ਨੇ ਐਸੇ ਹੀ ਵਰ ਜਿਹੜੇ ਨੇ ਹੋਰ ਜਗ੍ਹਾ 'ਤੇ ਵੀ ਦਿੱਤੇ ਹੋਣਗੇ ਸ਼ਾਇਦ ਰੈਫਰੈਂਸ, ਪਰ ਭਾਈ ਗੁਰਬਖਸ਼ ਜੀ ਦੇ ਪ੍ਰਸੰਗ ਵਿੱਚ ਜਿਹੜਾ ਵਰ ਦਿੱਤਾ ਉਹ ਆਪਣੇ ਆਪ ਦੇ ਵਿੱਚ ਬੜਾ ਨਿਵੇਕਲਾ ਅਤੇ ਵਿਲੱਖਣ ਹੈ ਅਤੇ ਕਮਾਲ ਹੈ ਉਹ, ਕਿ ਉਹ ਉਸ ਨੂੰ ਦੇਖੋ ਮਿਰਦੰਗ ਵੀ ਦੇ ਰਹੇ ਨੇ, ਪਛਾਣ ਵੀ ਦੇ ਰਹੇ ਨੇ, ਔਰ ਉਸ ਸੰਗਤ ਨੂੰ ਵੀ ਪਛਾਣ ਦੇ ਰਹੇ ਨੇ, ਔਰ ਉਹਦੀ ਰਿਕੋਗਨੀਸ਼ਨ ਅੱਜ ਤੱਕ ਉਸੇ ਨਾਮ ਦੇ ਨਾਲ ਬਣ ਰਹੀ ਹੈ। ਪਰ ਉਸ ਭਾਈ ਗੁਰਬਖਸ਼ ਨੂੰ ਉਹਨਾਂ ਨੇ ਪੁੱਤਰ ਦਾ ਵਰ ਵੀ ਦਿੱਤਾ ਜੀ। ਹੁਣ ਪੁੱਤਰ ਦਾ ਵਰ ਦੇਣਾ, ਪੁੱਤਰ ਦਾ ਹੋ ਜਾਣਾ, ਇਹ ਤਾਂ ਇੱਕ ਵਰ ਹੋ ਗਿਆ। ਪਰ ਪੁੱਤਰ ਦਾ ਵਰ ਦੇ ਕੇ ਇੱਥੇ ਹੀ ਉਹਨਾਂ ਨੇ ਬਸ ਨਹੀਂ ਕੀਤੀ, ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪੁੱਤਰ ਤੇਰਾ ਕੀਰਤਨ ਵੀ ਕਰੇਗਾ, ਤੂੰ ਵੀ ਕੀਰਤਨ ਕਰੇਗਾ। ਤੂੰ ਕੀਰਤਨ ਹੀ ਨਹੀਂ ਤੂੰ ਕਰੇਗਾ, ਤੇਰਾ ਕੀਰਤਨ ਜਿਹੜਾ ਹੋਏਗਾ ਉਹਨੂੰ ਸੰਗਤ ਸੁਣੇਗੀ ਵੀ। ਹੁਣ ਕਈ ਪਹਿਲੀ ਤਾਂ ਗੱਲ ਹੈ ਕਿ ਪੁੱਤਰ ਹੋਣਾ, ਫਿਰ ਪੁੱਤਰ ਦਾ ਕੀਰਤਨੀਆ ਹੋਣਾ, ਕੀਰਤਨ ਦਾ ਫਿਰ ਕੀਰਤਨ ਕਰਨਾ, ਫਿਰ ਸੰਗਤ ਦੁਆਰਾ ਕੀਰਤਨ ਸੁਣਨਾ। ਬਹੁਤ ਖੂਬ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਰ ਹੈ ਕਿ ਸੰਗਤ ਉਹਨਾਂ ਦਾ ਕੀਰਤਨ ਸੁਣੇਗੀ ਵੀ ਮਨ ਲਾ ਕੇ, ਔਰ ਫਿਰ ਇੱਕ ਸਿਖਰ ਕਰ ਦਿੱਤੀ ਕਿ ਉਹ ਕੀਰਤਨ ਵਸੇਗਾ ਵੀ। ਕੀਰਤਨ ਬਹੁਤ ਹੁੰਦਾ ਹੈ, ਕੀਰਤਨ ਬਹੁਤ ਕਰਦੇ ਨੇ, ਪਰ ਕੀਰਤਨ ਦਾ ਸੰਗਤ ਵਿੱਚ ਵਸ ਜਾਣ ਦਾ ਜਿਹੜਾ ਵਰ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਨਿਵੇਕਲਾ ਵਰ ਹੈ। ਇਹ ਆਪਣੇ ਕੀਰਤਨੀਏ ਨੂੰ ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਪਾਤਸ਼ਾਹ ਦੇ ਰਹੇ ਨੇ। ਤਾਂ ਇਸ ਤਰ੍ਹਾਂ ਉਹ ਸੰਗਤ ਨੂੰ ਇਸ ਪਿਆਰ ਦੇ ਨਾਲ ਇਕੱਠੇ ਕਰ ਰਹੇ ਨੇ। ਆਹ ਰੈਫਰੈਂਸ ਹੈ, ਤਵ ਘਰ ਪੁੱਤਰ ਹੈ ਜੋਈ, ਕੀਰਤਨ ਕਰੈ ਭਜਨ ਕੇ ਸੋਈ, ਤੋਹ ਬੰਸ ਤੇ ਕੀਰਤਨ ਕਥਾ, ਸੁਨੈ ਪ੍ਰੇਮ ਧਰ ਸੰਗਤ ਜਥਾ।
ਕਿ ਉਹਨਾਂ ਦੇ ਘਰ ਜਿਹੜਾ ਪੁੱਤਰ ਹੋਏਗਾ ਉਹਨਾਂ ਦੀ ਵੰਸ਼ ਤੋਂ, ਉਹ ਕੀਰਤਨ ਵੀ ਕਰੇਗਾ, ਕਥਾ ਵੀ ਕਰੇਗਾ, ਔਰ ਸੰਗਤ ਉਹਨੂੰ ਪ੍ਰੇਮ ਦੇ ਨਾਲ ਸੰਗਤ ਸੁਣੇਗੀ ਵੀ, ਇਸ ਘਰ ਨੂੰ ਮੇਰਾ ਵਰ ਹੈ, ਇਸ ਸੰਗਤ ਨੂੰ ਮੇਰਾ ਵਰ ਹੈ। ਤੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਆਪਣੇ ਬਖਸ਼ਾਂ ਨਾਲ ਸਾਨੂੰ ਨਿਵਾਜ ਰਹੇ ਨੇ, ਔਰ ਸੰਗੀਤ ਦੀ ਬਖਸ਼ਿਸ਼ ਨਾਲ ਨਿਵਾਜ ਰਹੇ ਨੇ, ਕੀਰਤਨ ਦੀ ਬਖਸ਼ਿਸ਼ ਨਾਲ ਨਿਵਾਜ ਰਹੇ ਨੇ। ਜਿਹੜੀ ਆਪਾਂ ਗੱਲ ਕਰ, ਤੁਸੀਂ ਹਵਾਲਾ ਦੇ ਰਹੇ ਸੀ ਕਿ ਮਿਰਦੰਗ ਦੇ ਨਾਮ ਤੇ ਸਥਾਨ ਹੈ, ਮੈਨੂੰ ਲੱਗਦਾ ਕਿ ਇਹ ਵੀ ਸ਼ਾਇਦ ਇਕਲੌਤੀ ਉਦਾਹਰਣ ਹੈ। ਇਕਲੌਤੀ ਉਦਾਹਰਣ ਹੈ, ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ, ਕਿਉਂਕਿ ਅਸੀਂ ਇਤਿਹਾਸਕ ਪ੍ਰਪੇਖ ਵਿੱਚ ਵੇਖਦੇ ਹਾਂ ਤੇ ਇਸ ਤੋਂ ਪਹਿਲਾਂ ਤਾਲ ਦੇ ਸਾਜ਼ਾਂ ਦਾ ਜ਼ਿਕਰ ਬਹੁਤ ਘੱਟ ਆਇਆ ਸਿੱਖ ਇਤਿਹਾਸ ਦੇ ਵਿੱਚ, ਔਰ ਗੁਰਮਤਿ ਸੰਗੀਤ ਦੇ ਇਤਿਹਾਸ ਅਸੀਂ ਅੰਕਿਤ ਕਰਦੇ ਹਾਂ ਉਸ ਵਿੱਚ ਵੀ। ਤੋ ਇਹ ਰੈਫਰੈਂਸ ਸਾਡੇ ਲਈ ਬੜਾ ਮਹੱਤਵਪੂਰਨ ਹੈ, ਔਰ ਇੱਕ ਵੱਡੀ ਸਾਨੂੰ ਪਰੰਪਰਾ ਵੱਲ ਪ੍ਰੇਰਨਾ ਦਿੰਦਾ ਹੈ, ਕਿਉਂਕਿ ਸਾਡੇ ਕੋਲ ਦੋ ਹੀ ਨੇ ਸੰਗੀਤ ਦੇ ਵਿੱਚ, ਇੱਕ ਪੰਜਾਬ ਅੰਗ ਹੈ, ਇੱਕ ਪੰਜਾਬ ਬਾਜ ਹੈ। ਸਾਡਾ ਜਿਹੜਾ ਇੱਥੇ ਗਾਇਨ ਦਾ ਅੰਦਾਜ਼ ਚੱਲਦਾ ਹੈ, ਸਾਡੇ ਗੁਰਮਤਿ ਸੰਗੀਤ ਵਿੱਚ ਵੀ ਕੀਰਤਨ ਦਾ ਜਿਹੜਾ ਅੰਦਾਜ਼ ਹੈ, ਗਾਇਨ ਦਾ ਜਿਹੜਾ ਸਾਡਾ ਸਟਾਈਲ ਹੈ ਜੀ, ਉਹ ਸਾਡਾ ਪੰਜਾਬ ਅੰਗ 'ਤੇ ਜ਼ਿਆਦਾ ਆਧਾਰਿਤ ਹੈ। ਤੁਸੀਂ ਵੇਖਿਆ ਹੋਣਾ ਕਿ ਇਸ ਵੇਲੇ ਵੀ ਸਾਡੇ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਸੰਗੀਤ ਦੀ ਦੁਨੀਆ ਵਿੱਚ ਛਾ ਜਾਂਦੇ ਨੇ, ਔਰ ਸਾਡੇ ਖਾਸ ਕਿਸਮ ਦੇ ਜਿਹੜੇ ਘਰਾਣੇ ਨੇ, ਇੱਥੇ ਖਾਨਦਾਨੀ ਲੋਕ ਨੇ, ਉਹ ਸੁਰ ਵੀ ਲਾਉਣ ਤਾਂ ਪਛਾਣਿਆ ਜਾਂਦਾ ਹੈ ਕਿ ਸਾਡੇ ਪੰਜਾਬ ਦਾ ਬੱਚਾ ਹੈ। ਬਿਲਕੁਲ। ਔਰ ਉਹ ਸਿੱਖਿਆ ਹੋਵੇ ਜਾਂ ਨਾ ਸਿੱਖਿਆ ਹੋਵੇ, ਪਰ ਕਿਉਂਕਿ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਵਿੱਚ ਗਾਇਨ ਹੁੰਦਾ, ਅਤੇ ਜਦੋਂ ਉਹ ਸਵਰ ਲਾਉਂਦੇ ਨੇ, ਗਾਇਨ ਕਰਦੇ ਨੇ ਪੰਜਾਬ ਅੰਗ ਤੋਂ, ਅਤੇ ਉਹ ਵਸ ਜਾਂਦਾ ਜੀ। ਤਾਂ ਸਾਡਾ ਕੀਰਤਨ ਵੀ ਹੋਇਆ, ਔਰ ਪੰਜਾਬ ਬਾਜ ਹੁੰਦਾ ਕਿ ਵਾਦਨ ਦਾ ਜਿਹੜਾ ਢੰਗ ਸੀ, ਪ੍ਰਕਸ਼ਨ ਵਾਦਨ ਦਾ, ਤਾਲ ਵਾਦਨ ਦਾ, ਉਹ ਵਿਕਸਿਤ ਹੋ ਕੇ ਹੁਣ ਜੇ ਤਬਲੇ ਦੇ ਪ੍ਰਸੰਗ ਵਿੱਚ ਅਸੀਂ ਵੇਖਦੇ ਹਾਂ ਤੇ ਐਡਾ ਜ਼ਿਆਦਾ ਵਿਕਸਿਤ ਹੋਇਆ, ਤੇ ਉਹਦੇ ਪਿੱਛੇ ਕਿਤੇ ਨਾ ਕਿਤੇ ਸਾਡੀ ਉਹ ਪਰੰਪਰਾ ਨਜ਼ਰ ਆਉਂਦੀ ਹੈ ਜਿਹੜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਿਰਦੰਗ ਪਖਾਵਜ ਦੀ ਸਾਨੂੰ ਦਿੰਦੇ ਨੇ। ਪਖਾਵਜ ਤੋਂ ਫਿਰ ਅੱਗੇ ਜੋੜੀ ਵਿਕਸਿਤ ਹੁੰਦੀ ਹੈ, ਜੋੜੀ ਜਿਹੜੀ ਹੈ, ਜਿਹੜੇ ਆਪਾਂ ਜੋੜੀ ਤੋਂ ਅੱਗੇ ਤਬਲਾ। ਜਿਵੇਂ ਆਪਾਂ ਗੁਰੂ ਸਾਹਿਬ ਦੀ ਜ਼ਿੰਦਗੀਆਂ ਨੂੰ ਦੇਖਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਰਬਾਬ ਹੈ, ਗੁਰੂ ਅਰਜਨ ਪਾਤਸ਼ਾਹ ਸਰੰਦਾ ਲੈ ਕੇ ਆਉਂਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲਿਆਂ ਦੇ ਵਿੱਚ ਪਖਾਵੇ ਤੇ ਮਿਰਦੰਗ ਦਾ ਜ਼ਿਕਰ ਆਉਂਦਾ। ਇਹ ਸਾਜ਼ ਪੰਜਾਬ ਤੋਂ ਬਾਹਰ ਦੇ ਨੇ ਜਿੱਥੋਂ ਤੱਕ ਮੈਂ ਸਮਝ ਰਿਹਾ। ਪਾਤਸ਼ਾਹ ਦੇ ਵੇਲਿਆਂ ਦੇ ਵਿੱਚ ਇਹਨਾਂ ਸਾਜ਼ ਦਾ ਆਉਣ ਦਾ ਸਬਬ ਕਿਵੇਂ ਬਣਿਆ, ਕੁਛ ਇਸ ਬਾਰੇ ਹੈ ਵਿਸਥਾਰ? ਇਸ ਬਾਰੇ ਮੈਂ ਤੇ ਇਸ ਨੂੰ ਉਸੇ ਕੰਟੀਨਿਊਟੀ 'ਚ ਵੇਖਦਾ ਕਿ ਹਰ ਗੁਰੂ ਸਾਨੂੰ ਇੱਕ ਜਿੱਥੇ ਸੰਗੀਤ ਦੀ ਦਾਤ ਰਹੇ, ਬਾਣੀ ਤਾਂ ਬਾਣੀ, ਇਲਾਹੀ ਬਾਣੀ ਨੂੰ ਸਾਡੇ ਤੱਕ ਪਹੁੰਚਾਉਣ ਲਈ ਜੇਕਰ ਸੰਗੀਤ ਦਾ ਜ਼ਰੀਆ ਵਰਤਦੇ ਨੇ, ਤੇ ਸਾਨੂੰ ਇੱਕ ਬੜਾ ਵੱਡਾ ਸੰਗੀਤ ਦਾ ਸੰਸਾਰ ਵੀ ਦਿੰਦੇ ਨੇ, ਜਿਹਦੇ ਪਿੱਛੇ ਇੱਕ ਬਹੁਤ ਵੱਡੀ ਵਿੱਦਿਆ ਛੁਪੀ ਹੋਈ ਹੈ। ਸੰਗੀਤ ਦੇਣਾ ਕੋਈ ਇਹ ਨਹੀਂ ਕਿ ਸੰਗੀਤ ਨੂੰ ਤੁਸੀਂ ਲਓ ਤੇ ਸੰਗੀਤ ਨੂੰ ਤੁਸੀਂ ਉਹ 'ਚ ਸ਼ਬਦ ਕੀਰਤਨ, ਸ਼ਬਦ ਗਾ ਕੇ ਬਸ ਹੋ ਜਾਓ। ਸੰਗੀਤ ਸਾਨੂੰ ਇੱਕ ਵੱਡੀ ਜਿਹੜੀ ਵਿਰਾਸਤ ਹੈ ਇਸ ਏਸ਼ੀਆਈ ਖਿੱਤੇ ਦੀ, ਉਹਦੇ ਨਾਲ ਵੀ ਤਾਂ ਸਾਨੂੰ ਜੋੜ ਰਹੇ ਨੇ ਨਾ ਗੁਰੂ ਪਾਤਸ਼ਾਹ, ਔਰ ਸਾਨੂੰ ਰਾਗ ਦੇ ਰਹੇ ਨੇ, ਸ਼ੈਲੀਆਂ ਦੇ ਰਹੇ ਨੇ, ਕੀਰਤਨ ਕਰਨ ਦਾ ਢੰਗ ਦੇ ਰਹੇ ਨੇ, ਡਿਫਰੈਂਟ ਜਿਹੜੀਆਂ ਸਿਟਿੰਗ ਪਰਫਾਰਮੈਂਸਿਸ ਨੇ ਸਾਡੀਆਂ ਕੀਰਤਨ ਚੌਕੀਆਂ, ਉਹਨਾਂ ਦੀ ਉਹ ਗੱਲ ਕਰ ਰਹੇ ਨੇ। ਉਹ ਸਾਰੇ ਦੇ ਨਾਲ ਜੋੜ ਕੇ ਜਦੋਂ ਸਾਨੂੰ ਉਹ ਮਿਰਦੰਗ ਜਾਂ ਇਹਨਾਂ, ਜੇ ਤੁਸੀਂ ਗੱਲ ਕਰ ਰਹੇ ਸੀਗੇ ਕਿ ਰਬਾਬ ਸਾਡਾ ਏਸ਼ੀਆਈ ਸਾਜ਼ ਹੈ, ਸਾਡੇ ਅਫਗਾਨਿਸਤਾਨ ਇਸ ਪਾਸੇ ਸਾਡੇ ਵਾਲੇ ਪਾਸੇ ਆਇਆ, ਔਰ ਵਣਜਾਰੇ ਔਰ ਜਿਹੜੇ ਸਫ਼ਰ ਕਰਨ ਵਾਲੇ ਲੋਕ ਸੀ ਉਸ ਦਾ ਖਾਸ ਇਸਤੇਮਾਲ ਕਰਦੇ ਸੀ। ਗੁਰੂ ਪਾਤਸ਼ਾਹ ਨੇ ਵੀ ਇਸਤੇਮਾਲ ਕੀਤਾ ਹੈ। ਸਰੰਦਾ ਗੁਰੂ ਅਰਜਨ ਪਾਤਸ਼ਾਹ ਦੇ ਰਹੇ ਨੇ। ਤਾਊਸ ਇੰਸਟਰੂਮੈਂਟ ਜਿਹੜਾ ਹੈ, ਸਾਰੇ ਸਾਜ਼ ਨਹੀਂ ਬਾਹਰਲੇ, ਤਾਊਸ ਦੀ ਰਚਨਾ ਕਿਹਾ ਜਾਂਦਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਰਵਾਈ ਹੈ ਜੀ। ਤੋ ਇਸੇ ਤਰ੍ਹਾਂ ਹੀ ਪਖਾਵਜ ਜਿਹੜਾ ਇੱਧਰੋਂ ਇੰਟਰੋਡਿਊਸ ਹੋਇਆ, ਔਰ ਪਖਾਵਜ ਤੋਂ ਜੋੜੀ ਦਾ ਜਿਹੜਾ ਵਿਕਾਸ ਹੁੰਦਾ ਹੈ ਉਹ ਵੀ ਪੰਜਾਬ ਵਿੱਚ ਹੁੰਦਾ ਹੈ। ਪਖਾਵਜ ਦੀ ਅਗਰ ਤੁਸੀਂ ਸ਼ਕਲ ਦੇਖਦੇ ਹੋ ਤੇ ਉਹ ਇੱਕ ਪੀਸ ਹੁੰਦਾ, ਔਰ ਉਸ ਦੇ 2 ਪੀਸ ਜਦੋਂ ਹੋ ਜਾਂਦੇ ਨੇ ਤੇ ਉਹ ਜੋੜੀ ਬਣ ਜਾਂਦੀ ਹੈ। ਔਰ ਵਾਦਨ ਦਾ ਜਿਹੜਾ ਸਟਾਈਲ ਹੈ, ਵਾਦਨ ਕਰਨ ਦਾ ਜਿਹੜਾ ਸਟਾਈਲ ਹੈ, ਉਹ ਵਿਕਸਿਤ ਹੋ ਕੇ ਪਖਾਵਜ ਦਾ ਜੋੜੀ ਦੇ ਉੱਤੇ ਉਸ ਦੀ ਟਰਾਂਸਫਰਮੇਸ਼ਨ ਹੁੰਦੀ ਹੈ, ਰੂਪਾਂਤਰਣ ਹੁੰਦਾ ਹੈ। ਠੀਕ। ਔਰ ਜੋੜੀ ਦਾ ਜਿਹੜਾ ਸਬਕ ਹੈ ਉਹ ਉਸ ਦੀ ਟਰਾਂਸਫਰਮੇਸ਼ਨ ਹੋ ਕੇ ਪੰਜਾਬ ਅੰਗ ਦੇ ਵਿੱਚ ਸਾਡੇ ਸਨਮੁਖ ਆਉਂਦੀ ਹੈ, ਤਬਲੇ ਦੇ ਰੂਪ ਦੇ ਵਿੱਚ। ਤੋ ਤਬਲੇ ਤੱਕ ਦਾ ਜਿਹੜਾ ਵਿਕਾਸ ਹੈ ਉਹ ਵੀ ਇਸੇ ਪਾਸੇ ਸਾਡੀ ਪਰੰਪਰਾ ਦੇ ਵਿੱਚ ਬੱਝਿਆ ਹੋਇਆ। ਔਰ ਫਿਰ ਤਬਲੇ ਦੇ ਕਿੰਨੇ ਘਰਾਣੇ ਸਾਡੇ ਸਿੱਖ ਪੰਥ ਵਿੱਚ ਵੀ ਔਰ ਪੰਜਾਬ ਵਿੱਚ ਵੀ ਵਿਕਸਿਤ ਹੁੰਦੇ ਨੇ। ਕਿੰਨਾ ਤਬਲੇ ਦਾ ਵਿਕਾਸ ਇਸ ਵੇਲੇ ਵੀ ਤੁਸੀਂ ਅਗਰ ਤੁਹਾਡੇ ਲਈ ਜਾਣਕਾਰੀ ਭਰਪੂਰ ਵੀ ਤਾਂ ਹੋਏਗੀ ਗੱਲ, ਪਰ ਸਾਡੇ ਲਈ ਮਾਣ ਵਾਲੀ ਗੱਲ ਵੀ ਹੈ ਕਿ ਸਭ ਤੋਂ ਜ਼ਿਆਦਾ ਤਬਲੇ ਦਾ ਪ੍ਰਚਾਰ ਹੈ ਜੀ। ਸੰਗੀਤ ਦੇ ਵਿੱਚ ਤਬਲੇ ਦਾ ਬਹੁਤ ਜ਼ਿਆਦਾ ਪ੍ਰਚਾਰ ਹੈ। ਮੈਂ ਪੂਰਨ ਅਧਿਕਾਰ ਨਾਲ ਇਹ ਗੱਲ ਆਖਦਾ ਕਿ ਅਸੀਂ ਗੁਰਮਤਿ ਸੰਗੀਤ ਕੰਪੀਟੀਸ਼ਨ ਕਰਦੇ ਸੀ ਤੇ ਉਹਦੇ ਵਿੱਚ ਬਾਕੀ ਤੰਤੀ ਸਾਜ਼ਾਂ ਦੇ ਮੁਕਾਬਲੇ ਦੇ ਵਿੱਚ ਜਾਂ ਗਾਇਨ ਦੇ ਮੁਕਾਬਲੇ ਵਿੱਚ ਤਬਲੇ ਦੇ ਸਾਡੇ ਕੋਲ ਜਿਹੜੇ ਪ੍ਰਤੀਯੋਗੀ ਸੀ ਜ਼ਿਆਦਾ ਆਉਂਦੇ ਸੀ।
ਠੀਕ ਹੈ। ਇਸ ਵੇਲੇ ਵੀ ਬਹੁਤ ਬੱਚੇ ਜਿਹੜੇ ਨੇ ਤਬਲੇ ਵੱਲ ਆਕਰਸ਼ਿਤ ਹੁੰਦੇ ਨੇ। ਖਾਸ ਕਿਸਮ ਦਾ ਇੰਸਟਰੂਮੈਂਟ ਗੁਰੂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਵਿਕਸਿਤ ਹੋ ਕੇ ਇੱਕ ਤਾਲ ਦੀ ਪਰੰਪਰਾ, ਗਾਇਨ ਦੀ ਪਰੰਪਰਾ, ਤਾਲ ਦੀ ਪਰੰਪਰਾ, ਤੰਤੀ ਸਾਜ਼ ਦੀ ਪਰੰਪਰਾ ਗੁਰੂ ਪਾਤਸ਼ਾਹ ਉਸੇ ਕੰਟੀਨਿਊਟੀ ਵਿੱਚ ਸਾਨੂੰ ਦੇ ਰਹੇ ਨੇ। ਔਰ ਇਹ ਜਿਹੜੀ ਕੰਟੀਨਿਊਟੀ ਹੈ ਅੱਗੇ ਵੀ ਸਾਨੂੰ ਲਿਜਾ ਰਹੀ ਹੈ, ਕਿਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ ਸੀਮਤ ਨਹੀਂ ਹੁੰਦੀ। ਅਗਰ ਤੁਸੀਂ ਹੁਣ ਬਾਣੀ ਦੀ ਸਟਰਕਚਰ ਦੀ ਗੱਲ ਆਪਾਂ ਪਹਿਲਾਂ ਕੀਤੀ ਹੈ ਕਿ 31 ਰਾਗ ਨੇ, 31 ਰਾਗਾਂ ਤੋਂ ਅੱਗੇ ਫਿਰ ਸ਼ਲੋਕ ਵਾਰਾਂ ਤੇ ਵਧੇਕ ਜੀ ਅੰਕਿਤ ਹੋ ਗਏ। ਉਸ ਤੋਂ ਅੱਗੇ ਸਾਡੇ ਕੋਲ ਸ਼ਲੋਕ ਆ ਗਏ। ਸ਼ਲੋਕ ਬਾਰੇ ਵੀ ਗੱਲ ਸਾਨੂੰ ਜ਼ਰੂਰ ਕਰ ਲੈਣੀ ਚਾਹੀਦੀ ਹੈ। ਸ਼ਲੋਕ ਦੀ ਬੜੀ ਵੱਡੀ ਪਰੰਪਰਾ ਹੈ ਸਾਡੇ। ਸ਼ਲੋਕ ਬਾਰੇ ਗੱਲ ਕਰਾਂਗੇ। ਥੋੜਾ ਜਿਹਾ ਮੈਨੂੰ ਸੀ ਕਿ ਰਾਗਾਂ ਬਾਰੇ ਹਾਂ, ਮੈਂ ਜਿਹੜੀ ਉਸੇ ਰਾਗ ਪਰੰਪਰਾ ਦੇ ਬਾਰੇ 'ਚ ਗੱਲ ਕਰ ਰਿਹਾ ਸੀ ਕਿ ਨੌਵੇਂ ਮਾਲੇ ਦੇ ਸ਼ਲੋਕਾਂ ਤੋਂ ਬਾਅਦ ਜੀ ਫਿਰ ਸਾਡੇ ਕੋਲ ਦੇਖੋ ਰਾਗਾਂ ਬਾਰੇ ਅਗਰ ਤੁਸੀਂ ਉਸ ਗੱਲ 'ਚ ਕਰੋ, ਉਸ ਤੋਂ ਬਾਅਦ ਫਿਰ ਸਾਡੇ ਕੋਲ ਮੁੰਦਾਵਣੀ ਤੇ ਫਿਰ ਤੇਰਾ ਕੀਤਾ ਜਾਤੋ ਨਹੀਂ ਤੇ ਰਾਗਮਾਲਾ ਜੀ। ਇਸ ਵਾਦ ਚ ਨਾ ਪਈਏ ਰਾਗਮਾਲਾ ਕੀ ਹੈ, ਹਿੱਸਾ ਹੈ ਗੁਰੂ ਗ੍ਰੰਥ ਸਾਹਿਬ ਦਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨਾਲ ਸਿੱਧੇ ਤੌਰ ਤੇ ਉਸ ਦਾ ਸੰਬੰਧ ਨਹੀਂ, ਪਰ ਫਿਰ ਵੀ ਇੱਕ ਮਹਾਨ ਰਚਨਾ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਔਰ ਉਹ ਫਿਰ ਇੱਕ ਵੱਡੇ ਰਾਗ ਸੰਸਾਰ ਵੱਲ ਸਾਨੂੰ ਲੈ ਕੇ ਜਾਂਦੀ ਹੈ, ਜਿਹੜਾ ਦਸਮ ਪਾਤਸ਼ਾਹ ਦਾ ਰਾਗ ਸੰਸਾਰ ਹੈ ਜੀ, ਜਿਹੜਾ ਦਸਮ ਗ੍ਰੰਥ ਦਾ ਰਾਗ ਸੰਸਾਰ ਹੈ, ਜਿਹੜਾ ਸਰਬਲੋਕ ਗ੍ਰੰਥ ਦਾ ਰਾਗ ਸੰਸਾਰ ਹੈ। ਔਰ ਉਹ ਪਰੰਪਰਾ ਨੂੰ ਅਸੀਂ ਅਜੇ ਤੱਕ ਬਹੁਤ ਜ਼ਿਆਦਾ ਨਾ ਤਾਂ ਉਹਦੇ ਬਾਰੇ ਅਸੀਂ ਅਧਿਐਨ ਕਰ ਰਹੇ ਹਾਂ, ਨਾ ਉਹਦਾ ਚਰਚਾ ਕਰ ਰਹੇ ਹਾਂ। ਅਸੀਂ ਤੇ ਇਸ ਵਿਵਾਦ ਵਿੱਚ ਹੀ ਪਏ ਹਾਂ ਕਿ ਦਸਮ ਗ੍ਰੰਥ ਦੀ ਕਿਹੜੀ ਬਾਣੀ ਸਾਡੀ ਹੈ, ਕਿਹੜੀ ਨਹੀਂ ਹੈ। ਪਰ ਉਹ ਇੱਕ ਵੱਡੀ ਵਿਰਾਸਤ ਤੋਂ ਅਸੀਂ ਮੁੱਖ ਵੀ ਮੋੜ ਰਹੇ ਹਾਂ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ, ਜਿੱਥੇ ਪੂਰਵਲੇ ਗੁਰੂ ਸਾਹਿਬਾਨ ਔਰ ਦਸਮ ਪਾਤਸ਼ਾਹ ਦੀ ਬਾਣੀ ਦੇ ਵਿੱਚ ਇੱਕ ਬ੍ਰਿਜ ਦਾ ਕੰਮ ਕਰ ਰਹੀ ਹੈ, ਵਿਚਾਰਧਾਰਾ ਦੇ ਪੱਧਰ ਦੇ ਉੱਤੇ ਵੀ ਔਰ ਸਟਰਕਚਰ ਦੇ ਪੱਧਰ ਦੇ ਉੱਤੇ ਵੀ। ਔਰ ਮੇਰਾ ਵਿਸ਼ਾ ਸੰਗੀਤ ਹੈ, ਤਾਂ ਸੰਗੀਤ ਦੀ ਦ੍ਰਿਸ਼ਟੀ ਤੋਂ ਤਾਂ ਬਹੁਤ ਹੀ ਉਹਨਾਂ ਦੇ ਵਿੱਚ ਜਿਹੜੀ ਸਾਂਝ ਹੈ ਭਾਸ਼ਾ ਦੀ, ਭਾਖਾ ਦੇ ਪੱਧਰ ਤੇ ਵੇਖਦੇ ਹੋ ਤੇ ਗੁਰੂ ਪਾਤਸ਼ਾਹ ਸਾਰੀ ਜਿਹੜੀ ਇੱਧਰਲੀ ਭਾਖਾ ਹੈ ਉਸ ਦਾ ਇਸਤੇਮਾਲ ਕਰ ਰਹੇ ਹੋ। ਔਰ ਉਸ ਦਾ ਫਿਰ ਹੋਰ ਜਿਹੜਾ ਰਿਫਾਈਨਮੈਂਟ ਹੈ ਅੱਗੇ ਜਾ ਕੇ ਅਸੀਂ ਵੇਖਦੇ ਹਾਂ ਤੇ ਦਸਮ ਪਾਤਸ਼ਾਹ ਦੀ ਬਾਣੀ 'ਚ ਹੁੰਦੀ ਹੈ। ਇਸ ਨੁਕਤੇ ਨੂੰ ਆਪਾਂ ਕਿਵੇਂ ਹੋਰ ਵਿਸਥਾਰ ਨਾਲ ਸਮਝੀਏ? ਜਦੋਂ ਆਪਾਂ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਪਹਿਲਾਂ ਦੇ ਗੁਰੂ ਸਾਹਿਬਾਨ ਦੀ ਬਾਣੀ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਸਮ ਗ੍ਰੰਥ ਅਤੇ ਵਿਚਕਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ, ਅਤੇ ਉਹ ਇੱਕ ਬ੍ਰਿਜ ਦਾ ਕੰਮ ਕਰਦੀ ਹੈ। ਉਸ ਦੇ ਅੰਦਰ ਬਹੁਤ ਸਾਰਾ ਜ਼ੁਬਾਨ ਦੇ ਪੱਖ ਤੋਂ, ਹੋਰ ਸਾਰੇ ਪੱਖਾਂ ਤੋਂ, ਜਾਂ ਇੱਕ ਫਲਸਫੇ ਦੇ ਪੱਖ ਤੋਂ ਸਾਨੂੰ ਇੱਕ ਪੁਲ ਨਜ਼ਰ ਆਉਂਦਾ ਆ। ਤੇ ਉਹ ਪੁਲ ਕਿਵੇਂ ਦਾ ਆ? ਕਿਸ ਤਰ੍ਹਾਂ ਦੇ ਇਸ਼ਾਰੇ? ਮੈਂ ਉਸ ਨੂੰ ਸੰਗੀਤ ਦੀ ਦ੍ਰਿਸ਼ਟੀ ਤੋਂ ਵੇਖਦਾ। ਪਹਿਲੀ ਤਾਂ ਗੱਲ ਹੈ ਕਿ ਇਹ ਨਹੀਂ ਕਿ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਦੇ ਵਿੱਚ ਤਾਲਾਤਮਕਤਾ ਨਹੀਂ ਹੈ ਜੀ, ਉਹ ਰਿਦਮਿਕ ਨਹੀਂ ਹੈ, ਜਾਂ ਉਹਦੇ 'ਚ ਰਿਦਮਿਕ ਪੈਟਰਨ ਸਾਨੂੰ ਨਹੀਂ ਮਿਲਦੇ, ਜਾਂ ਤਾਲ ਵਿੱਚ ਨਹੀਂ ਸੀ। ਉਹ ਵੀ ਤਾਲ ਵਿੱਚ ਸੀ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਖਾਸ ਰਾਗਮਈ ਔਰ ਤਾਲਮਈ ਹੈ, ਕਿਉਂਕਿ ਉਹ ਆਪ ਜਿਹੜੀ ਮ੍ਰਿਦੰਗ ਪਖਾਵਜ ਇਸ ਦੇ ਗਿਆਤਾ ਹੋਣਗੇ ਤਾਂ ਹੀ ਉਹ ਭੇਟ ਕਰ ਰਹੇ ਨੇ। ਨਹੀਂ, ਇਸ ਨੂੰ ਆਪਾਂ ਮੁਕਾਬਲੇ ਦੀ ਨਜ਼ਰ ਤੋਂ ਵੇਖ ਵੀ ਨਹੀਂ ਰਹੇ, ਨਾ ਹੀ ਵੇਖਣਾ ਚਾਹੀਦਾ। ਇਹ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਕਿ ਇੱਕ ਜੋਤ ਨੌਵੇਂ ਪਾਤਸ਼ਾਹ ਤੱਕ ਆ ਰਹੀ ਹੈ ਤੇ ਉਹ ਆਪਣਾ ਹੀ ਵਿਸਤਾਰ ਕਰ ਰਹੇ ਨੇ। ਔਰ ਆਪਣੇ ਨਾਲ ਉਹ ਜੋਤ ਜਿਹੜੀ ਹੈ ਬਹੁਤ ਕੁਝ ਨਾਲ ਲਿਆ ਰਹੀ ਹੈ, ਸਾਨੂੰ ਦੇ ਰਹੀ ਹੈ। ਔਰ ਉਹ ਜਿਹੜਾ ਦੇ ਰਹੀ ਹੈ, ਜਿਹੜਾ ਸੰਗੀਤ ਦੇ ਰਹੀ ਹੈ, ਕੀਰਤਨ ਜਿਹੜਾ ਦੇ ਰਹੀ ਹੈ, ਕੀਰਤਨ ਦੇ ਵਿੱਚ ਸਾਨੂੰ ਉਹ ਇੱਕ ਰਾਗ ਸੰਸਾਰ ਵੀ ਦੇ ਰਹੀ ਹੈ, ਔਰ ਨਾਲ ਦੀ ਨਾਲ ਉਹ ਇੱਕ ਤਾਲ ਸੰਸਾਰ ਵੀ ਦੇ ਰਹੀ ਹੈ ਜੀ। ਔਰ ਵਿਕਸਿਤ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਦੇ ਵਿੱਚ ਜੋ ਸਾਨੂੰ ਰਾਗ ਔਰ ਤਾਲ ਔਰ ਭਾਸ਼ਾ ਦੇ ਪੱਧਰ ਉੱਤੇ ਜੀ, ਮੇਰੇ ਟੀਚਰ, ਮੇਰੇ ਸੰਗੀਤ ਗੁਰੂ ਪ੍ਰੋਫੈਸਰ ਤਾਰਾ ਸਿੰਘ ਜੀ, ਉਹ ਇੱਕ ਬੜਾ ਵਧੀਆ ਉਹਨਾਂ ਦਾ ਰੈਫਰੈਂਸ ਹੈ। ਉਹ ਜਦੋਂ ਇਹ ਸਾਡੇ ਜੀਵਨ ਵਿੱਚ 400 ਸਾਲਾ ਪ੍ਰਕਾਸ਼ ਪੁਰਬ ਆਇਆ, ਇਸ ਤਰ੍ਹਾਂ ਹੀ ਪਹਿਲਾਂ 300 ਸਾਲਾ ਜਿਹੜਾ ਸੀ ਸ਼ਹੀਦੀ ਪੁਰਬ ਸੀ, ਉਸ ਵੇਲੇ ਇੱਕ ਉਹਨਾਂ ਦੀ ਕਿਤਾਬ ਛਪੀ ਸੀ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ ਜੀ। ਮੈਨੂੰ ਉਸ ਵੇਲੇ ਉਹਦੀ ਹੱਥ ਨਾਲ ਲਿਖਣ ਦਾ ਮੌਕਾ ਮਿਲਿਆ ਤੇ ਉਹ ਅਕਸਰ ਕਿਹਾ ਕਰਦੇ ਸੀ, ਕਹਿੰਦੇ ਮੈਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਇਸ ਤਰ੍ਹਾਂ ਲਿਖਦੇ ਜਿਵੇਂ ਸਰਗਮ ਲਿਖੀ ਹੋਵੇ। ਮੈਂ ਉਹਨਾਂ ਨੂੰ ਪੁੱਛਿਆ ਜੀ ਕਿ ਸਰਗਮ? ਕਹਿੰਦੇ ਜਿਵੇਂ ਸਾਡੇ ਲਈ ਤੇ ਸਾਰੇ ਗਾਵਾਂ ਜਿਹੜੇ ਨੇ ਉਹ ਸਾਰੇ ਗਾਵਾਂ ਅੱਖਰ ਵੀ ਤੇ ਹੈਗੇ ਨੇ ਨਾ, ਕਿ ਸਾ ਹੈ, ਰੇ ਹੈ, ਸੱਸਾ ਰਾਰਾ ਗੱਗਾ ਮੰਮਾ ਪੱਪਾ ਦੱਦਾ ਤੇ ਧੱਦਾ ਤੇ ਨੰਨਾ। ਤੋ ਉਹ ਕਹਿੰਦੇ ਕਿ ਦੇਖੋ, ਕਹਿੰਦੇ ਆ ਸਾ ਰੇ ਗਾ ਮਾ ਪਾ ਧਾ ਨੀ, ਗੁਰੂ ਪਾਤਸ਼ਾਹ ਨੇ ਛੋਟੇ ਛੋਟੇ ਜਿਹੜੇ ਨੇ ਅੱਖਰਾਂ ਦਾ ਸਮੂਹ ਬਣਾਇਆ, ਸ਼ਬਦ ਛੋਟੇ ਛੋਟੇ ਬਣਾਏ ਨੇ ਜੀ। ਸੁਖ ਦੁੱਖ ਦੋਨੋਂ ਸਮ ਕਰ ਜਾਨੋ, ਸਾਮਾ ਸਮ ਕਰ ਜਾਨੋ,
ਹੈ। ਇਸ ਤਰ੍ਹਾਂ ਸਾਧੋ ਸਾਧਾ, ਸਾਧੋ ਮਨ ਮਨ ਮਾਨੀ। ਤੋ ਉਹ ਕਹਿੰਦੇ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਗੁਰੂ ਪਾਤਸ਼ਾਹ ਨੇ ਸਰਗਮਾਂ ਹੀ ਗੁੰਦ ਦਿੱਤੀਆਂ ਨੇ ਆਪਣੀ ਬਾਣੀ ਦੇ ਵਿੱਚ, ਸਰਗਮਾਂ ਹੀ ਗੁੰਦ ਦਿੱਤੀਆਂ ਨੇ। ਇਹ ਹੁਣ ਭਾਸ਼ਾ ਵਾਲੇ ਸ਼ਾਇਦ ਇਸ ਨੂੰ ਨਾ ਸਮਝਣ, ਉਹਨਾਂ ਲਈ ਵੀ ਇਹ ਰੂਹਾਨੀ ਖੂਬਸੂਰਤੀ ਹੈ ਬਾਣੀ, ਬੜੀ ਵੱਡੀ ਖੂਬਸੂਰਤੀ ਹੈ। ਇਹ ਖੂਬਸੂਰਤੀ ਉਸੇ ਵਿਕਾਸ ਦਾ ਹੀ ਹਿੱਸਾ ਹੈ ਕਿ ਉਹ ਬਾਣੀ ਰਿਫਾਈਨ ਹੋ ਕੇ, ਬਾਣੀ ਅੱਗੇ ਅੱਗੇ ਵਿਕਸਿਤ ਹੋ ਕੇ, ਬਾਣੀ ਇਲਾਹੀ ਬਾਣੀ ਜਦੋਂ ਸਾਡੇ ਤੱਕ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 9ਵੇਂ ਜਾਮੇ ਤੱਕ ਸਾਡੇ ਕੋਲ ਪਹੁੰਚਦੀ ਹੈ ਤਾਂ ਉਹਦਾ ਇਹ ਸਰੂਪ ਆ ਜਾਂਦਾ। ਫਿਰ ਅੱਗੇ ਜਾ ਕੇ ਦਸਮ ਪਾਤਸ਼ਾਹ ਚੱਕਰ ਚਿਹਨ ਅਰਬਨ ਜਾਤ ਜਾਪ ਸਾਹਿਬ, ਇਹ ਜਿਹੜਾ ਸਾਰਾ ਕੁਝ ਸਾਨੂੰ ਮਿਲ ਰਿਹਾ ਹੈ, ਵਿਰਾਸਤ ਮਿਲ ਰਹੀ ਹੈ, ਕੋਈ ਇਸ ਨੂੰ ਇੱਕ ਕੰਟੀਨਿਊਟੀ 'ਚ ਵੇਖਣ ਦਾ ਸਾਨੂੰ ਲਾਭ ਹੋਏਗਾ। ਉਸੇ ਤਰ੍ਹਾਂ ਦਾ ਇੱਕ ਵਿਰਾਸਤੀ ਪੈਂਡਾ, ਉਹ ਵਿਰਾਸਤੀ ਪੈਂਡਾ ਹੈ। ਔਰ ਸਾਨੂੰ ਉਸ ਨੂੰ ਇਸ ਪ੍ਰਸੰਗ ਦੇ ਵਿੱਚ ਵਿਸ਼ਲੇਸ਼ਿਤ ਕਰਨਾ ਔਰ ਅਪਣਾਉਣਾ, ਗਾਉਣਾ, ਕੀਰਤਨ ਕਰਨਾ। ਔਰ ਲਿਟਰੇਚਰ ਵਾਲਿਆਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ ਔਰ ਧਰਮ ਅਧਿਐਨ ਵਾਲਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਸੰਗੀਤਕ ਪੱਖ ਨੂੰ ਨਾਲ ਲੈ ਕੇ ਚੱਲਾਂਗੇ, ਕਿਉਂਕਿ ਅਸੀਂ ਸੰਗੀਤ ਵਾਲੇ ਤੇ ਗਾਇਨ ਕਰਦੇ ਹਾਂ, ਅਸੀਂ ਤੇ ਫਿਲਾਸਫੀ ਤੇ ਭਾਸ਼ਾ ਨੂੰ ਤੇ ਸਾਰੇ ਦੂਸਰੇ ਡਿਸਿਪਲਿਨ ਨੂੰ ਨਾਲ ਲੈ ਕੇ ਚੱਲਦੇ ਹਾਂ। ਪਰ ਉਨੀ ਦੇਰ ਤੱਕ ਸ਼ਾਇਦ ਜਿਹੜਾ ਸਾਹਿਤਕ ਅਧਿਐਨ ਵੀ ਜਿਹੜਾ ਅਧੂਰਾ ਰਹੇਗਾ ਤੇ ਜਿਹੜਾ ਭਾਸ਼ਾਗਤ ਅਧਿਐਨ ਵੀ ਅਧੂਰਾ ਰਹੇਗਾ ਤੇ ਧਰਮ ਦੀ ਦ੍ਰਿਸ਼ਟੀ ਤੋਂ ਕੀਤਾ ਗਿਆ ਅਧਿਐਨ ਵੀ ਅਧੂਰਾ ਰਹੇਗਾ, ਜਿੰਨੀ ਦੇਰ ਤੱਕ ਅਸੀਂ ਇਸ ਦੇ ਜਿਹੜਾ ਜਾਮਾ ਹੈ, ਜਿਸ ਜਾਮੇ ਦੇ ਵਿੱਚ ਉਹ ਬਾਣੀ ਸਾਡੇ ਕੋਲ ਆਉਂਦੀ ਹੈ, ਉਹਦੇ ਵਿੱਚ ਸੰਗੀਤਕ ਜਾਮਾ ਹੈ, ਉਸ ਨੂੰ ਵੀ ਸਮਝਣ ਦੀ ਬੜੀ ਜ਼ਰੂਰਤ ਹੈ। ਔਰ ਜਿੰਨੀ ਦੇਰ ਤੱਕ ਅਸੀਂ ਉਸ ਦਾ ਗੰਭੀਰ ਵਿਸ਼ਲੇਸ਼ਣ ਨਹੀਂ ਕਰਦੇ, ਉਨੀ ਦੇਰ ਤੱਕ ਸਾਨੂੰ ਗੁਰਬਾਣੀ, ਗੁਰੂ ਸਾਹਿਬਾਨ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਕੰਟੀਨਿਊਟੀ ਦੇ ਵਿੱਚ ਵੇਖਣ ਦੀ ਜ਼ਰੂਰਤ ਹੈ। ਪੂਰਵਲੇ ਗੁਰੂ ਸਾਹਿਬਾਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਔਰ ਦਸਮ ਪਾਤਸ਼ਾਹ ਦੀ ਬਾਣੀ ਨੂੰ ਆਪਸ ਵਿੱਚ ਇੱਕ ਸਮਗਰ ਰੂਪ ਦੇ ਵਿੱਚ ਜੋੜ ਕੇ ਅਸੀਂ ਉਹਦਾ ਲਾਭ ਨਹੀਂ ਲੈ ਸਕਾਂਗੇ ਜੇ ਅਸੀਂ ਇਸ ਤਰ੍ਹਾਂ ਨਹੀਂ ਵੇਖਾਂਗੇ। ਤਾਂ ਮੈਂ ਜਿਹੜੀ ਅਰਜ਼ ਕਰ ਰਿਹਾ ਸੀ ਕਿ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਸ਼ਲੋਕ 12 ਤੋਂ ਵਧੀਕ ਤੋਂ ਬਾਅਦ, ਫਿਰ ਮੁੰਦਾਵਣੀ, ਫਿਰ ਤੇਰਾ ਕੀਤਾ ਜਾਤੋ ਨਾ ਹੀ ਰਾਗਮਾਲਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਰਾਗ ਸੰਸਾਰ ਤੇ ਸੰਗੀਤ ਸੰਸਾਰ ਹੈ, ਇਹ ਸਾਰੀ ਇੱਕ ਵੱਡੀ ਵਿਰਾਸਤ ਸਾਨੂੰ ਮਿਲਦੀ ਹੈ। ਪਰ ਇਹ ਸਾਨੂੰ ਇਹਦਾ ਇਲਮ ਜਿਹੜਾ ਹੈ ਉਹ ਹੁਣ ਹੋ ਰਿਹਾ ਹੈ ਜਦੋਂ ਅਸੀਂ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਤੇ ਸਾਨੂੰ ਲੱਗ ਰਿਹਾ ਕਿ ਇਹ ਸਾਨੂੰ ਕਨੈਕਟ ਕਰ ਰਹੀ ਹੈ, ਇੱਕ ਬ੍ਰਿਜ ਦਾ ਕੰਮ ਕਰ ਰਹੀ ਹੈ ਦਸਮ ਪਾਤਸ਼ਾਹ ਔਰ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਨੂੰ। ਉਹ ਨਹੀਂ ਤਾਂ ਕਈ ਵਾਰੀ ਜਾਪਦਾ ਹੈ ਕਿ ਇਹ ਰਾਗਮਾਲਾ ਕਿੱਥੋਂ ਆ ਗਈ, ਇਹ ਅਗਲੀ ਬਾਣੀ ਕਿਸ ਤਰ੍ਹਾਂ ਆ ਗਈ, ਉਹਦੇ ਵਿੱਚ ਇੰਨੇ 250 ਤੋਂ ਉੱਪਰ ਰਾਗ ਗੁਰੂ ਪਾਤਸ਼ਾਹ ਨੇ ਕਿਵੇਂ ਵਰਤ ਲਏ, ਜਾਂ ਉਹ ਕਿਹੜਾ ਗ੍ਰੰਥ ਹੈ, ਉਹ ਗ੍ਰੰਥ ਦੇ ਵਿੱਚ ਕਿਹੜੀ ਬਾਣੀ ਸਾਡੀ ਹੈ ਕਿਹੜੀ ਨਹੀਂ ਹੈ, ਇਹ ਇਸ ਨੂੰ ਇੱਕ ਪਾਸੇ ਰੱਖ ਦਈਏ। ਪਰ ਉਹ ਰਾਗਾਂ ਦੇ ਨਾਲ ਸਾਡੀ ਸਾਂਝ, ਉਹਨਾਂ ਛੰਦਾਂ ਦੇ ਨਾਲ ਸਾਡੀ ਸਾਂਝ, ਉਹਨਾਂ ਸ਼ੈਲੀਆਂ ਦੇ ਨਾਲ ਸਾਡੀ ਸਾਂਝ, ਗਾਇਨ ਸ਼ੈਲੀਆਂ ਦੇ ਨਾਲ। ਔਰ ਜਾਪ ਸਾਹਿਬ ਬੜੀ ਵੱਡੀ ਰਚਨਾ ਜਿਹੜੀ ਜਿਸ ਦੇ ਵਿੱਚ ਤਾਲ ਹੀ ਤਾਲ ਹੈ, ਜਿਹਦੇ ਵਿੱਚ ਜਿਹੜੀ ਤੁਸੀਂ ਤਾਲ ਦੀ ਗੱਲ ਕਰਦੇ ਹੋ, ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਉਹੀ ਜਿਹੜੀ ਤਾਲ ਦੀ ਸਥਾਪਨਾ ਹੈ, ਤਾਲ ਦੇ ਸੰਸਾਰ ਦੀ ਸਥਾਪਨਾ ਹੈ, ਉਹ ਜਾਪ ਸਾਹਿਬ ਦੇ ਰੂਪ ਦੇ ਵਿੱਚ ਹੋਰ ਜ਼ਿਆਦਾ ਪ੍ਰਗਟ ਹੋ ਰਹੀ ਹੈ। ਔਰ ਉਹਦੇ ਜਿੰਨੇ ਛੰਦ ਵਰਤੇ ਗਏ ਨੇ ਉਹ ਆਪਣੇ ਆਪ ਦੇ ਵਿੱਚ ਸਾਡੇ ਲਈ ਬੜੇ ਮਹੱਤਵਪੂਰਨ ਨੇ। ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਤੇ ਇਹ ਹੈ ਕਿ ਰਾਗ ਜੈਜਾਵੰਤੀ ਸਿਰਫ ਉਹਨਾਂ ਨੇ ਹੀ ਉਸ ਦੇ ਵਿੱਚ ਬਾਣੀ ਸਾਨੂੰ ਪੇਸ਼ ਕੀਤੀ ਹੈ, ਦਿੱਤੀ ਹੈ। ਰਾਗ ਜੈਜਾਵੰਤੀ ਬਾਰੇ ਮੈਨੂੰ ਸੀ ਵੀ ਥੋੜ੍ਹਾ ਮਿਸਾਲ ਦੇ ਨਾਲ, ਗਾਇਨ ਦੇ ਨਾਲ ਦਾ ਉਸ ਬਾਰੇ ਦੱਸੋ ਵੀ ਇਹ ਕਿਸ ਤਰ੍ਹਾਂ ਦਾ ਰਾਗ ਹੈ। ਮੇਰੇ ਸੰਦੇ ਭਾਰਤੀ ਸੰਗੀਤ ਦੇ ਵਿੱਚ ਇਹਨੂੰ ਲਿਖਿਆ ਨੂੰ ਅੰਕਿਤ ਕੀਤਾ ਗਿਆ ਜੈ ਜੈਵੰਤੀ ਜੀ, ਜੈ ਜੈਵੰਤੀ, ਔਰ ਗੁਰੂ ਗ੍ਰੰਥ ਸਾਹਿਬ ਵਿੱਚ ਜੈ ਜਾਵੰਤੀ, ਇਹ ਸਪੈਲਿੰਗ ਨੇ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਇਸ ਵਿੱਚ ਹੈ। ਇਸ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 4 ਸਾਡੇ ਕੋਲ ਸ਼ਬਦ ਜਿਹੜੇ ਨੇ ਸਾਨੂੰ ਮਿਲਦੇ ਨੇ। ਔਰ ਇਹਨੂੰ ਕੁਝ ਵਿਦਵਾਨਾਂ ਨੇ ਇਸ ਤਰ੍ਹਾਂ ਵੀ ਲਿਆ ਕਿ ਸ੍ਰੀ ਜਿਹੜਾ ਹੈ ਉਹ ਜੀਵਨ ਦੀ ਸ਼ਾਮ ਹੈ, ਔਰ ਪ੍ਰਭਾਤ ਜਿਹੜਾ ਹੈ ਉਸ ਦੀ ਅਧਿਆਤਮਿਕ ਜਿਹੜੀ ਹੈ ਉન્નਤੀ ਦਾ ਸਿਖਰ ਹੈ। ਤੇ ਇਸ ਪ੍ਰਸੰਗ ਵਿੱਚ ਵੇਖੋ, ਔਰ ਜਿਹੜਾ ਜੈਜਾਵੰਤੀ ਨਾਲ ਜੁੜ ਗਿਆ ਉਹ ਫਿਰ ਸਾਡੀ ਵਿਜੈ ਹੋ ਗਈ। ਸਾਨੂੰ ਵਿਜੈ ਦੇ ਉਸ ਅਧਿਆਤਮਿਕ ਜਿਹੜੀ ਪ੍ਰਾਪਤੀ ਦੀ ਵਿਜੈ ਦੇ ਪ੍ਰਸੰਗ ਵਿੱਚ ਇਹਨੂੰ ਵੇਖਣਾ ਚਾਹੀਦਾ। ਇਸ ਤਰ੍ਹਾਂ ਵੀ ਲੈ ਲਿਆ ਜਾਂਦਾ। ਮੈਂ ਇਸ ਪਾਸੇ ਨਾ ਜਾ ਕੇ, ਮੇਰੇ ਲਈ ਜੈਜਾਵੰਤੀ ਇੱਕ ਬਹੁਤ ਗੰਭੀਰ ਕਿਸਮ ਦਾ ਜਿਹੜਾ ਰਾਗ ਗੁਰੂ ਪਾਤਸ਼ਾਹ ਨੇ ਵਰਤਿਆ, ਇਹ ਬੜੀ ਵੱਡੀ ਨਿਹਮਤ ਲੱਗਦੀ ਹੈ ਇਸ ਪ੍ਰਸੰਗ ਦੇ ਵਿੱਚ। ਇਹਦੇ ਬਾਰੇ ਹੋਰ ਜ਼ਿਆਦਾ ਮੈਂ ਆਖਾਂ ਕਿ ਮੈਨੂੰ ਬਹੁਤ ਜ਼ਿਆਦਾ ਪਤਾ ਹੈ, ਮੈਨੂੰ ਬਹੁਤ ਘੱਟ ਪਤਾ ਹੈ, ਪਰ ਮੈਨੂੰ ਰਾਗ ਜੈਜਾਵੰਤੀ ਬਹੁਤ ਹੀ ਜ਼ਿਆਦਾ ਫੈਸੀਨੇਟ ਕਰਦਾ। ਔਰ ਇਸ ਨੂੰ ਅਸੀਂ ਆਮ ਅਕਸਰ ਗਾਉਂਦੇ ਹਾਂ, ਔਰ ਸਾਡੇ ਸਿੱਖ ਪਰੰਪਰਾ ਦੇ ਵਿੱਚ ਇਸ ਨੂੰ ਬਹੁਤ ਹੀ
ਪਿਆਰ ਦੇ ਨਾਲ ਗਾਇਆ ਗਿਆ, ਇਸ ਦੇ ਹੋਰ ਜ਼ਿਆਦਾ ਪ੍ਰਕਾਰ ਸਾਨੂੰ ਨਹੀਂ ਮਿਲਦੇ। ਇਹ ਵੀ ਇੱਕ ਜਿਹੜਾ ਪ੍ਰਮਾਣਿਕਤਾ ਔਰ ਅਥੈਂਟਿਕ ਡਾਕੂਮੈਂਟੇਸ਼ਨ ਦੇ ਰੂਪ ਦੇ ਵਿੱਚ ਕਿ ਉਸ ਰਾਗ ਦੇ ਹੋਰ ਜ਼ਿਆਦਾ ਸਰੂਪ ਨਾ ਮਿਲ ਕੇ ਇੱਕੋ ਸਰੂਪ ਨੂੰ ਹੀ ਪ੍ਰਚਾਰ ਵਿੱਚ ਹੋਣਾ ਸਿੱਖ ਪੰਥ ਦੇ ਵਿੱਚ, ਇਹ ਵੀ ਬੜੀ ਵੱਡੀ ਗੱਲ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ 4 ਸਾਨੂੰ ਸ਼ਬਦ ਇਸ ਵਿੱਚ ਅੰਕਿਤ ਮਿਲਦੇ ਨੇ। ਜੈ ਜਵੰਤੀ ਮਹੱਲਾ ਨੌਵਾਂ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ, ਮਾਇਆ ਕੋ ਸੰਗ त्याग, प्रभ जू की शरण लाग, प्रभ जू की शरण लाग, जगत सुख मान मिथ्या, जगत सुख मान मिथ्या, झूठों सा साज है, राम सिमर राम सिमर राम सिमर राम सिमर राम सिमर राम सिमर राम। जो मैं जिक्र किया कि धनासरी राग की एक अपनी विलक्षणता ते खूबसूरती है, उस विच नौवें पातशाह का शब्द है, काहे रे बन खोजन जाई, काहे रे बन खोजन जाई, काहे रे बन खोजन जाई, सर्ब निवासी सदा अलेपा, तो ही संग समाई, तो ही संग समाई, काहे रे बन को जन जाए, काहे रे बन को जन जाई, बन को जन जाई, बन को जन जाई। ਇਹ ਆਪਣੇ ਆਪ ਦੇ ਵਿੱਚ ਇਸ ਦੇ ਮਾਇਨੇ ਬਹੁਤ ਖੂਬਸੂਰਤ ਹੁੰਦੇ ਨੇ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੁਗੋ ਜੁਗ ਅਟੱਲ ਹੈ ਅਤੇ ਉਹ ਅੱਜ ਤੋਂ ਬਾਅਦ ਵੀ, ਅੱਜ ਤੋਂ ਪਹਿਲਾਂ ਵੀ ਹਰ ਦੌਰ ਦੇ ਅੰਦਰ ਉਹ ਸਾਨੂੰ ਜਵਾਬ ਦਿੰਦੀ ਹੈ। ਅਤੇ ਜਦੋਂ ਇਸ ਦੌਰ ਦੇ ਅੰਦਰ ਫਾਰਮਰ ਐਜੀਟੇਸ਼ਨ ਚੱਲ ਰਹੀ ਹੈ, ਜਦੋਂ ਇਸ ਦੌਰ ਦੇ ਅੰਦਰ ਕਿੰਨੀ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਲੋਕ ਬਹੁਤ ਖੂਬਸੂਰਤ ਨੇ, ਜਿਵੇਂ ਉਹ ਕਹਿੰਦੇ ਰਾਮ ਗਿਓ ਰਾਵਣ ਗਿਓ ਜਾ ਕਾ ਬਹੁ ਪਰਿਵਾਰ। ਫਿਰ ਉਹ ਇਹ ਵੀ ਕਹਿੰਦੇ ਨੇ ਕਿ ਭੈ ਕਾਹੋ ਕੋ ਦੇਤਨਾ। ਸਲੋਕਾਂ ਦਾ ਥਾਂ ਸਿੱਖ ਮਨ ਦੇ ਅੰਦਰ ਬੜਾ ਨਿੱਘਾ ਹੈਗਾ ਆ, ਮਤਲਬ ਸਲੋਕ ਬਹੁਤ ਪਿਆਰ ਦੇ ਨਾਲ ਸਰਵਣ ਕੀਤੇ ਜਾਂਦੇ ਨੇ, ਜ਼ਿੰਦਗੀ ਦੀ ਇੱਕ ਅਟੱਲ ਸੱਚਾਈ ਵੀ ਹੈ। ਸਲੋਕਾਂ ਬਾਰੇ ਦੱਸੋ ਕਿ ਪਾਤਸ਼ਾਹ ਦਾ ਇਸ ਦੇ ਵਿੱਚ ਕਿਸ ਤਰ੍ਹਾਂ ਦਾ ਵਿਚਾਰ ਸੀ? ਪਹਿਲੀ ਤੇ ਮੈਂ ਇਹ ਗੱਲ ਜ਼ਰੂਰ ਤੁਹਾਡੇ ਨਾਲ ਕਰਨਾ ਚਾਹਾਂਗਾ ਕਿ ਸਲੋਕ ਜਿਹੜੀ ਇੱਕ ਖਾਸ ਸ਼ੈਲੀ, ਇਸ 'ਤੇ ਬਹੁਤ ਸਾਰਾ ਹੁਣ ਤੇ ਰਿਸਰਚ ਵਰਕ ਵੀ ਕਈ ਵਿਦਵਾਨਾਂ ਨੇ ਕੀਤਾ, ਕਈ ਸਟੂਡੈਂਟਸ ਨੇ ਕੀਤਾ, ਔਰ ਮੇਰੇ ਵਾਈਫ ਡਾਕਟਰ ਅੰਮ੍ਰਿਤਪਾਲ ਹੋਰਾਂ ਨੇ ਵੀ ਸਲੋਕ ਦੇ ਉੱਪਰ ਇੱਕ PhD ਵੀ ਕਰਵਾਈ ਹੈ। ਓਕੇ। ਤਾਂ ਸਲੋਕ ਇੱਕ ਖਾਸ ਸ਼ੈਲੀ ਹੈ। ਮੈਂ ਇਸ ਨੂੰ ਭਾਰਤੀ ਅਗਰ ਪ੍ਰਸੰਗ ਵਿੱਚ ਵੀ ਵੇਖਦਾ ਤਾਂ ਜਿਹੜੀ ਉਹਨਾਂ ਦੀ ਦੋਹਾ ਜਾਂ ਸਲੋਕ ਦੂਸਰੀਆਂ ਸ਼ੈਲੀਆਂ ਨੇ, ਉਹਨਾਂ ਦੇ ਗਾਉਣ ਦਾ ਵੀ ਇੱਕ ਖਾਸ ਅੰਦਾਜ਼ ਹੈ ਜੀ। ਅਤੇ ਮੈਂ ਸੰਗੀਤਕ ਪ੍ਰਪੇਖ ਵਿੱਚ ਹੀ ਗੱਲ ਕਰਾਂਗਾ, ਫਿਲਾਸਫੀ ਦੇ ਪੱਧਰ ਉੱਤੇ ਬੜੀ ਅੱਛੀ ਤੁਸੀਂ ਗੱਲ ਕਰ ਦਿੱਤੀ ਹੈ। ਪਰ ਸਾਡੇ ਮਨ ਮੰਤਕ ਵਿੱਚ ਜਿਹੜਾ ਸਲੋਕ ਵਸਿਆ ਹੋਇਆ, ਸਲੋਕ ਵਾਰਾਂ ਅਤੇ ਵਧੀਕ ਦੀਆਂ ਜਿੰਨੀਆਂ ਵੀ ਸਲੋਕ ਰਚਨਾਵਾਂ ਨੇ, ਉਹ ਆਪਣੇ ਆਪ ਵਿੱਚ ਬੜੀਆਂ ਮਹੱਤਵਪੂਰਨ ਨੇ। ਵਾਰਾਂ ਦੇ ਨਾਲ ਜਿਹੜੇ ਸਲੋਕ ਨੇ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਨੇ। ਔਰ ਤੁਸੀਂ ਵੇਖਦੇ ਹੋ ਕਿ ਸਲੋਕ ਦੀ ਪਰੰਪਰਾ ਸਦੀਵਾਰ ਵਿੱਚ ਤੇ ਸਲੋਕ ਹੈ ਹੀ ਨੇ। ਬਿਲਕੁਲ। ਔਰ ਉਸੇ ਤਰ੍ਹਾਂ ਦੇ ਜਿਹੜੇ ਸਲੋਕ ਨੇ, ਈਵਨ ਕਿ ਇੱਥੋਂ ਤੱਕ ਕਿ
ਬਸੰਤ ਦੀ ਵਾਰ ਦੀਆਂ 3 ਪੌੜੀਆਂ ਨੇ ਜੀ ਉਸ ਦੇ ਨਾਲ ਕੋਈ ਸ਼ਲੋਕ ਨਹੀਂ, ਔਰ ਦਰਬਾਰ ਸਾਹਿਬ ਦੇ ਵਿੱਚ ਉਸ ਨਾਲ ਵੀ ਸ਼ਲੋਕ ਲਾ ਕੇ ਹੀ ਉਹਨਾਂ ਪੌੜੀਆਂ ਦਾ ਗਾਇਨ ਕਰਨ ਦੀ ਪਰੰਪਰਾ ਚੱਲ ਪਈ ਹੈ। ਭਾਵੇਂ ਠੀਕ ਹੈ ਜਾਂ ਗਲਤ ਹੈ, ਮੈਂ ਇਸ ਵਾਦ ਵਿੱਚ ਨਹੀਂ ਪੈਂਦਾ, ਜਦੋਂ ਕਿ ਉਹ ਸਭ ਤੋਂ ਸਮਾਲੈਸਟ ਵਾਰ ਬਸੰਤ ਦੀ ਵਾਰ ਹੈ ਤੇ ਉਹਦੇ ਨਾਲ ਕੋਈ ਸ਼ਲੋਕ ਨਹੀਂ। ਤਾਂ ਸ਼ਲੋਕ ਸ਼ੈਲੀ ਦਾ ਵੀ ਇੱਕ ਨਿਰੰਤਰਤਾ ਦੇ ਵਿੱਚ ਵਿਕਾਸ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ, ਔਰ ਗੁਰੂ ਤੇਗ ਬਹਾਦਰ ਦੀ ਬਾਣੀ ਦੇ ਸ਼ਲੋਕਾਂ ਨੂੰ ਅਸੀਂ ਉਸ ਦਾ ਸਿਖਰ ਆਖ ਸਕਦੇ ਹਾਂ, ਔਰ ਉਹ ਸਾਡੇ ਚੇਤਿਆਂ ਵਿੱਚ ਵੀ ਵਸਿਆ ਹੋਇਆ ਪੀੜ੍ਹੀ ਦਰ ਪੀੜ੍ਹੀ, ਔਰ ਸਾਡੇ ਜੀਵਨ ਦਾ ਹਿੱਸਾ ਵੀ ਹੈ। ਸ਼ਲੋਕ ਦੇ ਵਿੱਚ ਉਹ ਗੱਲ ਬੜੀ ਸੰਖੇਪ ਰੂਪ ਵਿੱਚ ਆਖੀ ਜਾਂਦੀ ਹੈ, ਜਿਹੜੀ ਵੱਡੇ ਜਿਹੜੇ ਸ਼ਬਦ ਨੇ ਅਸ਼ਟਪਦੀਆਂ ਜਾਂ ਪਦੇ ਜਾਂ ਉਹਨਾਂ ਦੇ ਵਿੱਚ ਵਿਸਥਾਰ ਸਹਿਤ ਜਦੋਂ ਕਹੀ ਜਾਂਦੀ ਹੈ ਜੀ। ਤਾਂ ਇਸ ਕਰਕੇ ਇਹ ਸ਼ਲੋਕ ਰਚਨਾਵਾਂ ਸਾਡੇ ਲਈ ਬਹੁਤ ਮਹੱਤਵਪੂਰਨ ਨੇ, ਭਾਵ ਪੱਖੋਂ ਵੀ, ਫਿਲਾਸਫੀ ਦੇ ਪੱਧਰ ਤੋਂ ਵੀ, ਔਰ ਨਾਲ ਹੀ ਸੰਗੀਤਕ ਪੱਖੋਂ ਵੀ। ਹੁਣ ਸੰਗੀਤਕ ਪੱਖੋਂ ਉਹਨਾਂ 'ਤੇ ਕੋਈ ਰਾਗ ਤੇ ਦਿੱਤਾ ਨਹੀਂ, ਪਰ ਉਹਦੇ ਵਿੱਚ ਇੱਕ ਉਹਦੇ ਗਾਣ ਦਾ ਇੱਕ ਖਾਸ ਅੰਦਾਜ਼ ਹੈ ਜਿਹੜਾ ਪੀੜ੍ਹੀ ਦਰ ਪੀੜ੍ਹੀ ਚੱਲਿਆ ਆਉਂਦਾ ਸਾਡੇ ਵਿੱਚ। ਉਸ ਨੂੰ ਨਵੇਂ ਪਾਠੀ ਭਾਵੇਂ ਜਿਵੇਂ ਮਰਜ਼ੀ ਉਸ ਦਾ ਪਾਠ ਕਰਨ ਜਾਂ ਕੋਈ ਵੀ ਵਿਅਕਤੀ ਉਸ ਦਾ ਹੋਰ ਤਰ੍ਹਾਂ ਵੀ ਪਾਠ ਕਰ ਸਕਦਾ ਹੈ, ਪਰ ਇੱਕ ਜਿਹੜੀ ਧੁਨ ਹੈ, ਜਿਵੇਂ ਟੁੰਡੇ ਆਸਰ ਆਜੇ ਕੀ ਧੁਨ ਆਸਾ ਦੀ ਵਾਰ ਦੀ ਜਿਹੜੀ ਪੌੜੀ ਹੈ, ਔਰ ਉਹਨੂੰ ਗਾਉਣ ਦਾ ਜਿਹੜਾ ਢੰਗ ਹੈ ਪੀੜ੍ਹੀ ਦਰ ਪੀੜ੍ਹੀ ਸਾਡੇ ਵਿੱਚ ਚੱਲਿਆ ਆਉਂਦਾ ਪਿਆ। ਔਰ ਅਸੀਂ ਜਦੋਂ ਛੰਤ ਗਾਉਂਦੇ ਹਾਂ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਔਰ ਜਦੋਂ ਮਹਾਰਾਜ ਦਾ ਸਰੂਪ ਸੁਖਾਸਨ ਵੱਲ ਨੂੰ ਲੈ ਕੇ ਜਾਂਦੇ ਹਾਂ, ਉਹ ਵੀ ਸਦੀਆਂ ਤੋਂ ਸਾਡੇ ਵਿੱਚ ਹੈ। ਜਾਂ ਜਦੋਂ ਅਸੀਂ ਗਾਉਂਦੇ ਹਾਂ ਥਾਲ ਵਿੱਚ 3 ਵਸਤੂ ਪਈਓ, ਤਾਂ ਉਹ ਧੁਨ ਵੀ ਸਾਡੀ ਸਦੀਆਂ ਦੀਆਂ ਨੇ। ਇਹ ਸਾਡੀਆਂ ਸਥਾਪਿਤ ਧੁਨਾਂ ਨੇ, ਇਹਨਾਂ ਨੂੰ ਪ੍ਰਮਾਣਿਕ ਰੂਪ ਦੇਣਾ। ਮੈਂ ਜ਼ਰੂਰ ਤੁਹਾਡੇ ਮੰਚ ਤੋਂ ਵੀ ਇਹ ਗੱਲ ਕਰਨਾ ਚਾਹਾਂਗਾ ਕਿ ਇਹਨਾਂ ਨੂੰ ਪ੍ਰਮਾਣਿਕ, ਇਹਨਾਂ ਦੀ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਇਹਨਾਂ ਨੂੰ ਪਛਾਣ ਸਕੀਏ। ਜਿਵੇਂ ਆਨੰਦ ਸਾਹਿਬ ਹੈ, ਤਾਂ ਆਨੰਦ ਸਾਹਿਬ ਦੀ ਰਾਗ ਰਾਮਕਲੀ ਵਿੱਚ ਹੀ ਗਾਇਨ ਹੋਣਾ ਚਾਹੀਦਾ। ਬਿਲਕੁਲ ਠੀਕ ਹੈ, ਅਸੀਂ ਉਹਨੂੰ ਆਨੰਦ ਦੇ ਨਾਲ ਕੜਾਹ ਪ੍ਰਸ਼ਾਦ ਦੀ ਉਹਦੇ ਨਾਲ ਵੀ ਰੀਤ ਨਾਲ ਵੀ ਜੋੜਿਆ ਹੋਇਆ, ਪਰ ਉਹਦੇ ਨਾਲ ਉਹਦੀ ਰਾਗ ਰਾਮਕਲੀ ਵਿੱਚ ਵੀ ਉਹਦੀ ਪ੍ਰਮਾਣਿਕ ਸਰੂਪ ਨੂੰ ਸਾਨੂੰ ਸਾਰਿਆਂ ਦੇ ਸਨਮੁਖ ਰੱਖਣਾ ਚਾਹੀਦਾ ਤਾਂ ਕਿ ਅਸੀਂ ਮਾਣ ਕਰ ਸਕੀਏ ਇਸ ਆਪਣੀ ਵਿਲੱਖਣ ਰਚਨਾ 'ਤੇ। ਮੈਂ ਸ਼ਲੋਕ ਦੇ ਪ੍ਰਸੰਗ ਵਿੱਚ ਅਗਰ ਕਹਾਂ ਤੇ ਉਹ ਜਿਹੜੀ ਉਹ ਖਾਸ ਉਸ ਉਹਨਾਂ ਨੂੰ ਉਚਾਰਤੀ ਜਿਹੜਾ ਪਾਠ ਹੈ ਸਾਡਾ, ਇਹ ਇਕੱਲਾ ਪਾਠ ਨਹੀਂ ਹੈ, ਇਹਦੇ ਵਿੱਚ ਇੱਕ ਖਾਸ ਕਿਸਮ ਦਾ ਸੰਗੀਤ ਹੈ। ਸਾਡਾ ਜਿਹੜਾ ਪਾਠ ਹੈ, ਦੂਰ ਕਿਤੇ ਪਾਠ ਹੋ ਰਿਹਾ ਹੋਵੇ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਪਾਠ ਹੋ ਰਿਹਾ, ਗੁਰਬਾਣੀ ਦਾ ਪਾਠ ਹੋ ਰਿਹਾ। ਉਹ ਸਾਨੂੰ ਉਹਦੇ ਉਚਾਰ ਦੀ, ਉਹਦਾ ਜਿਹੜਾ ਰੈਸੀਟੇਸ਼ਨ ਜਿਹੜੀ ਅਸੀਂ ਕਰਦੇ ਪਏ ਹਾਂ, ਉਹਦਾ ਜਿਹੜਾ ਖਾਸ ਅੰਦਾਜ਼ ਹੈ, ਸੰਗੀਤਕ ਅੰਦਾਜ਼ ਹੈ, ਉਸੇ ਤੋਂ ਹੀ ਸਾਨੂੰ ਪਤਾ ਲੱਗਦਾ। ਔਰ ਇਹਨਾਂ ਸ਼ਲੋਕਾਂ ਦੇ ਵਿੱਚ ਬਹੁਤ ਇੱਕ ਖਾਸ ਸਥਾਪਿਤ ਜਿਹੜੀ ਧੁਨ ਤੇ ਰਸਿਕਤਾ ਤੇ ਸੁਰੀਲਾਪਣ ਸਾਡੇ ਵਿੱਚ ਨਜ਼ਰ ਆਉਂਦਾ। ਸਾਡੇ ਬਜ਼ੁਰਗ ਇਹਨੂੰ ਬੜੇ ਪਿਆਰ ਨਾਲ ਕਰਦੇ ਸੀ। ਮੈਂ ਇਸ ਦੇ ਉੱਤੇ ਕੰਮ ਵੀ ਕਰ ਰਿਹਾ ਤੇ ਮੈਂ ਅਜੇ ਤੁਹਾਨੂੰ ਜ਼ਿਆਦਾ ਹੋਰ ਵਿਸਥਾਰ ਸਹਿਤ ਨਹੀਂ ਦੱਸ ਪਾਵਾਂਗਾ, ਪਰ ਮੇਰੇ ਮਨ ਦੇ ਵਿੱਚ ਸੀ ਕਿ ਜਦੋਂ ਸਾਡੇ ਪਿੰਡਾਂ ਦੇ ਵਿੱਚ ਜਦੋਂ ਨੌਵੇਂ ਮਹੱਲੇ ਦੇ ਸ਼ਲੋਕ ਅਖੰਡ ਪਾਠ ਸਾਹਿਬ ਦੇ ਉਸ ਤੋਂ ਬਾਅਦ 'ਚ ਆਉਂਦੇ ਸੀ, ਤੇ ਉਸ ਵੇਲੇ ਖਾਸ ਕਿਸਮ ਦਾ ਇਹ ਤਾਂ ਹੈ ਹੀ ਹੈ ਕਿ ਅਸੀਂ ਉਸ ਵੇਲੇ ਹੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਗੋਦ ਦੇ ਵਿੱਚ ਉਹਦੀ ਨਿੱਘ ਮਾਣਨ ਲਈ ਸਾਰੇ ਇਕੱਠੇ ਹੁੰਦੇ ਹਾਂ ਕਿ ਹੁਣ ਤੇ ਅਖੰਡ ਪਾਠ ਸਾਹਿਬ ਦਾ ਜਿਹੜਾ ਹੈ ਸੰਪੂਰਨਤਾ ਹੋਈ ਹੈ। ਉਮੰਗ ਉਤਸ਼ਾਹ ਵੀ ਹੁੰਦਾ ਤੇ ਸੰਪੂਰਨਤਾ ਦਾ ਅਹਿਸਾਸ ਵੀ ਹੁੰਦਾ, ਪਰ ਉਸ ਵੇਲੇ ਇਹ ਚਾਹ ਵੀ ਹੁੰਦਾ ਕਿ ਨੌਵੇਂ ਮਹੱਲੇ ਦੇ ਸ਼ਲੋਕ ਸੁਣਨੇ ਨੇ ਜਾਂ ਸੁਣਾਣੇ ਨੇ। ਔਰ ਗ੍ਰੰਥੀ ਸਿੰਘ ਵੀ ਉਹਨੂੰ ਬੜੇ ਉਤਸ਼ਾਹ ਨਾਲ ਪੜ੍ਹਦੇ ਨੇ, ਔਰ ਕਈ ਥਾਵਾਂ 'ਤੇ ਤਾਂ ਉਹ 2-2 ਗ੍ਰੰਥੀ ਜਦੋਂ ਇਕੱਠੇ ਹੋ ਕੇ ਉਹਨਾਂ ਦਾ ਪਾਠ ਕਰਦੇ ਨੇ ਤੇ ਉਹ ਆਪਣਾ ਇੱਕ ਹੋਰ ਹੀ ਵਿਸਮਾਦੀ ਰੰਗ ਬਣਦਾ ਹੈ, ਖਾਸ ਸਰੋਦੀ ਰੰਗ ਬਣਦਾ ਹੈ। ਔਰ ਉਹ ਜਿਹੜੀ ਧੁਨ ਹੈ ਉਹ ਸਦੀਆਂ ਤੋਂ ਸਾਡੇ ਵਿੱਚ ਚੱਲੀ ਆਉਂਦੀ ਹੈ। ਉਸ ਨੂੰ ਫੜਨ ਦੀ ਲੋੜ ਹੈ, ਉਸ ਨੂੰ ਸਥਾਪਿਤ ਕਰਨ ਦੀ ਲੋੜ ਹੈ, ਔਰ ਉਸ ਨੂੰ ਪ੍ਰਚਾਰਨ ਦੀ ਲੋੜ ਹੈ। ਇਹਦੇ ਨਾਲ ਕੀ ਹੋਏਗਾ ਕਿ ਕਿਉਂਕਿ ਉਹ ਬਣੀ ਹੀ ਧੁਨ ਇਹਨਾਂ ਸ਼ਲੋਕਾਂ ਦੇ ਉਚਾਰ ਦੇ ਲਈ, ਇਹਨਾਂ ਦੇ ਪਾਠ ਦੇ ਲਈ ਹੈ। ਤਾਂ ਇਹਨਾਂ ਚੀਜ਼ਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ, ਜਿੱਥੇ ਅਸੀਂ ਉਹਦੇ ਸੰਗੀਤਕ ਪੱਖਾਂ 'ਤੇ ਵੱਖ-ਵੱਖ ਗੱਲਾਂ ਕੀਤੀਆਂ ਨੇ, ਉੱਥੇ ਨਾਲ ਸਾਨੂੰ ਇੱਕ ਖਾਸ ਕਿਸਮ ਦੀ ਉਹਨਾਂ ਦਾ ਪ੍ਰਮਾਣਿਕ ਰੂਪ ਸਥਾਪਿਤ ਕਰਨ ਵਾਲੇ ਪਾਸੇ ਨੂੰ ਵੀ ਚੱਲਣਾ ਚਾਹੀਦਾ ਤਾਂ ਕਿ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਨੇ ਇਹਨਾਂ ਦੇ ਉੱਤੇ ਮਾਣ ਕਰ ਸਕਣ, ਔਰ ਅਸੀਂ ਵੀ ਆਖ ਸਕੀਏ ਕਿ ਆਹ ਸਾਡੇ ਸ਼ਲੋਕ ਗਾਇਨ ਦੀ ਵਿਧੀ ਹੈ। ਇੱਥੇ ਮੈਂ ਤੁਹਾਨੂੰ ਰੈਫਰੈਂਸ ਦੇ ਚੈਂਟਿੰਗ ਆਫ ਵੇਦਾ ਨੂੰ ਯੂਨੈਸਕੋ ਦੇ ਵਿੱਚ ਉਹਨਾਂ ਨੇ ਇੰਟੈਂਜੀਬਲ ਕਲਚਰਲ ਆਰਟਸ ਦੇ ਤੌਰ 'ਤੇ ਮਾਨਤਾ ਦਵਾ ਲਈ। ਠੀਕ ਹੈ, ਸਾਡੇ ਕੋਲ ਐਸੀ ਕੋਈ ਆਪਾਂ ਯਤਨ ਨਹੀਂ ਕੀਤੇ ਅਸੀਂ ਸਾਡੀਆਂ ਜਿਹੜੀਆਂ ਸਾਡੀਆਂ ਰਚਨਾਵਾਂ ਨੇ ਉਹਨਾਂ ਦਾ ਅਸੀਂ ਅਥੈਂਟਿਕ ਰੂਪ ਜਿਹੜੇ ਨੇ ਦਈਏ। ਜਦੋਂ ਤੁਸੀਂ ਬੋਧ ਮੰਤਰਾਂ ਦੀ ਗੱਲ ਕਰਦੇ ਹੋ
ਉਹਨਾਂ ਦੇ ਉਚਾਰ ਦੀ ਖਾਸ ਵਿਧੀ ਹੈ। ਅੱਜ ਤੁਸੀਂ ਗਿਆ ਜਾਓ, ਉੱਥੇ ਜਾ ਕੇ ਤੁਸੀਂ ਜਦੋਂ ਸਾਰੇ ਸਮੂਹਿਕ ਰੂਪ ਦੇ ਵਿੱਚ ਉਹ ਮੰਤਰਾਂ ਦਾ ਉਚਾਰਨ ਕਰਦੇ ਨੇ ਤੇ ਇੱਕ ਖਾਸ ਵਿਸਮਾਦ, ਖਾਸ ਨਾਦ ਬ੍ਰਹਿਮੰਡ ਦੇ ਵਿੱਚ ਗੂੰਜਦਾ ਹੈ। ਜੀ। ਉਹ ਨਾਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਪਿਆ ਔਰ ਹੈ ਹੀ ਇਹ ਤੇ ਸਾਰੀ ਜਿਹੜਾ ਜੁਗੋ ਜੁਗ ਅਟਲ ਤੇ ਜੀਵੰਤ ਤੁਸੀਂ ਜਾਗਤ ਜੋਤ ਦੀ ਗੱਲ ਕਰਦੇ ਹੋ, ਉਹ ਜੀਵੰਤ ਕਿਸ ਨਾਲ ਹੈ? ਜੀਵੰਤ ਸੰਗੀਤ ਨਾਲ ਹੈ ਜੀ। ਕਿਉਂਕਿ ਸੰਗੀਤ ਦਾ ਦਰਿਆ ਵਹਿ ਰਿਹਾ ਹੈ, ਉਹਦੇ ਨਾਲ ਹੀ ਬਾਣੀ ਜਿਹੜੀ ਹੈ ਉਸ ਦੇ ਉੱਪਰ ਬਿਰਾਜਮਾਨ ਹੋ ਕੇ ਸਾਡੇ ਤੱਕ ਪਹੁੰਚ ਰਹੀ ਹੈ। ਉਹ ਜੁਗੋ ਜੁਗ ਅਟਲ ਜੀਵੰਤ ਤਾਂ ਹੈ ਨਾ, ਔਰ ਉਹਦਾ ਪ੍ਰਕਾਸ਼ ਕੀਤਾ, ਪ੍ਰਕਾਸ਼ ਜਿਹੜਾ ਰੁਮਾਲਿਆਂ ਤੋਂ ਪ੍ਰਕਾਸ਼ ਕਰਨਾ, ਪ੍ਰਕਾਸ਼ ਤੇ ਹੈ ਹੀ ਦਰਸ਼ਨ ਦੀਦਾਰੇ ਠੀਕ। ਹਾਂਜੀ। ਪਰ ਜਿਹੜੇ ਕੀਰਤਨੀਏ ਪ੍ਰਕਾਸ਼ ਉਸ ਦਾ ਕਰਦੇ ਨੇ, ਉਸ ਨੂੰ ਪ੍ਰਕਾਸ਼ਿਤ ਕਰਦੇ ਨੇ, ਸੰਗੀਤ ਰਾਹੀਂ ਪ੍ਰਕਾਸ਼ਿਤ ਕਰਦੇ ਨੇ, ਉਹ ਵੀ ਪ੍ਰਕਾਸ਼ ਹੈ, ਉਹ ਅਸਲੀ ਪ੍ਰਕਾਸ਼ ਹੈ। ਉਹ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਦੇ ਨਾਲ ਸ਼ੁਰੂ ਨਹੀਂ ਹੋਇਆ, ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋ ਗਿਆ ਸੀ। ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀਆਂ ਉਦਾਸੀਆਂ ਵੇਲੇ ਉੱਥੇ ਵੀ ਜਿਹੜੇ ਕੀਰਤਨੀਏ ਸੀ ਉਹ ਉਸੇ ਬਾਣੀ ਦੇ ਸ਼ਬਦ ਦਾ ਪ੍ਰਕਾਸ਼ ਕਰਦੇ ਸੀ। ਤੋ ਇਹ ਬੜੀਆਂ ਵੱਡੀਆਂ ਪਰੰਪਰਾਵਾਂ ਨੇ ਸਾਡੇ ਕੋਲ, ਸਾਨੂੰ ਇਹਨਾਂ ਨੂੰ ਸਮਝਣ ਦੀ, ਬੂਝਣ ਦੀ, ਜਾਣਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਹਨਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪ ਸਕੀਏ। ਇਹਨਾਂ ਦੀ ਪ੍ਰਮਾਣਿਕਤਾ ਆਪ ਵੀ ਆਪਣਾ ਲੋਕ ਸੁਖੀਆ ਪੁਰਲੇਖ ਸਹੇਲਾ ਤੇ ਅਸੀਂ ਕਰਨਾ ਹੀ ਕਰਨਾ, ਪਰ ਇਹਦੇ ਨਾਲ ਇਸ ਵਿਰਾਸਤ ਨੂੰ ਵੀ ਅੱਗੇ ਦੇਣੀ ਹੈ। ਔਰ ਇਹਨਾਂ ਪੁਰਬਾਂ ਦੇ ਉੱਤੇ ਇਹੀ ਹੈ ਕਿ ਪੁਰਬ ਤੇ ਹੋ ਗਿਆ, 400 ਸਾਲ ਹੋ ਗਏ, ਹੁਣ ਅੱਗੇ ਚੱਲੀਏ। ਅੱਗੇ ਅਸੀਂ ਕੀ ਕਰਨਾ, ਸਾਡਾ ਕੀ ਫਰਜ਼ ਹੈ, ਉਹ ਸਾਨੂੰ ਵੇਖਣ ਦੀ ਜ਼ਰੂਰਤ ਹੈ ਤਾਂ ਕਿ ਹੁਣ ਜਿਵੇਂ ਗੁਰੂ ਪਾਤਸ਼ਾਹ ਨੇ ਇੱਕ ਨਿਰੰਤਰਤਾ ਦੇ ਵਿੱਚ ਵਿਕਾਸ ਕਰਕੇ ਸਾਨੂੰ ਐਡਾ ਵੱਡੀ ਵਿਰਾਸਤ ਦਿੱਤੀ ਹੈ, ਉਸ ਨੂੰ ਅਸੀਂ ਅੱਗੇ ਵਿਕਸਿਤ ਰੂਪ ਦੇ ਵਿੱਚ ਅੱਗੇ ਦੇ ਸਕੀਏ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਹ ਬਿਦ ਜਲ ਕੋ ਮੀਨ, ਬਿਖਯਨ ਸਿਉ ਕਾਗੇ ਰਚਿਓ, ਨਿਮਕ ਨਾ ਹੋਵੇ ਉਦਾਸ, ਕਹੋ ਨਾਨਕ ਹਰ ਭਜ ਮਨਾ, ਪਰ ਨ ਜਮ ਕੀ ਵਾਸ। ਇਹ ਸਾਡੇ ਗ੍ਰੰਥੀ ਸਿੰਘ ਇਸੇ ਧੁੰਨ ਦੇ ਉੱਤੇ, ਇਸੇ ਸਰੋਦੀ ਰੰਗ ਦੇ ਵਿੱਚ ਜਦੋਂ ਇਕੱਠੇ ਹੋ ਕੇ ਇਹ ਪਾਠ ਕਰਦੇ ਨੇ ਤੇ ਉਸ ਦਾ ਜੋ ਵਿਸਮਾਦੀ ਗੋਜ ਰਹੱਸ ਹੈ ਸਾਰੀ ਸੰਗਤ ਦੇ ਮਨ ਵਿੱਚ ਵਸਦਾ ਹੈ, ਕਿਉਂਕਿ ਸਾਡੇ ਬਹੁਤ ਹੀ ਅੰਤਰਮਨ ਦੇ, ਸਾਡੀਆਂ ਸਿਮਰਤੀਆਂ ਦੇ ਬੜੀ ਨੇੜੇ ਹੈ। ਔਰ ਮੈਂ ਤਾਂ ਕਹਾਂਗਾ ਕਿ ਇੱਕ ਕਿਸਮ ਦਾ ਸਾਡਾ ਹੁਣ ਐਂਥਮ ਹੀ ਹੈ ਜਿਹੜਾ ਅਸੀਂ ਬਾਰ-ਬਾਰ ਇਸ ਦਾ ਗਾਇਨ ਕਰਦੇ ਹਾਂ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸੰਗਤਾਂ ਨੇ 400 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ, ਜਿਵੇਂ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਪੁਰਬ ਦੇ ਉੱਤੇ ਸੁਖਮਣੀ ਸਾਹਿਬ ਦੇ ਬਹੁਤ ਪਾਠ ਹੁੰਦੇ ਨੇ, ਉਸੇ ਤਰ੍ਹਾਂ ਹੀ ਹੁਣੇ 9ਵੇਂ ਮਹੱਲੇ ਦੇ ਇਹਨਾਂ ਸ਼ਲੋਕਾਂ ਦਾ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਪਾਠ ਵੀ ਹੋ ਰਿਹਾ, ਗਾਇਨ ਵੀ ਹੋ ਰਿਹਾ, ਰਿਕਾਰਡਿੰਗਸ ਵੀ ਹੋ ਰਹੀਆਂ ਨੇ ਜੀ। ਤਾਂ ਸਹੀ ਸੈਲੀਬ੍ਰੇਸ਼ਨ ਹੋ ਰਹੀ ਹੈ। ਇਸ ਗੱਲ ਲਈ ਫਿਰ ਮੈਂ ਇੱਕ ਵਾਰੀ ਸਾਰਿਆਂ ਨੂੰ 400 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਮੁਬਾਰਕਬਾਦ ਵੀ ਦਿੰਦਾ। ਔਰ ਮੈਂ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਰਾਗਾਂ ਵਿੱਚ ਵੱਧ ਤੋਂ ਵੱਧ ਬਾਣੀ ਦਾ ਗਾਇਨ ਹੋਵੇ ਔਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਆਪਾਂ ਇਸ ਵਿਰਾਸਤ ਨੂੰ ਪਹੁੰਚਾ ਸਕੀਏ। ਦੀ ਅਨਮਿਊਟ ਚੈਨਲ ਵੱਲੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਦੇ, ਉਹਨਾਂ ਦੇ ਰਾਗਾਂ ਦੇ ਰੂਬਰੂ ਕਰਵਾਇਆ ਸਾਨੂੰ। ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।